आप लियो तुम कथा सुधारी। सतनाम श्री वाहिगुरु साहिब जी। दोहरा करियो विसर्जन सर्ब को, हट श्री हर गोविंद। खान पान कर वहर ही, थिरे वहर टिग बृंद। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਦੇ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਨੇ। ਆਓ ਹੁਣ ਮਨ ਬਿਰਤੀਆਂ ਨੂੰ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਇਕਾਗਰ ਕਰੀਏ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਕਥਾ ਜੋ ਸ਼ਾਮਾਂ ਦੇ ਦੀਵਾਨਾਂ 'ਚ ਆਪ ਜੀ ਸਰਵਣ ਕਰ ਰਹੇ ਹੋ। ਮਹਾਰਾਜ ਦੇ ਮਹਿਲ ਮਾਤਾ ਦਮੋਦਰੀ ਜੀ ਅਕਾਲ ਚਲਾਣਾ ਕਰ ਗਏ। ਡਰੌਲੀ ਪਿੰਡ ਮੋਗੇ ਦੇ ਲਾਗੇ ਸਾਰੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ। ਮਾਤਾ ਦਮੋਦਰੀ ਦੀ ਵੱਡੀ ਭੈਣ ਬੀਬੀ ਰਾਮੋ ਵੀ 2-4 ਦਿਨ ਬਾਅਦ ਚਲਾਣਾ ਕਰ ਗਈ ਅਤੇ ਭਾਈ ਸਾਈਂ ਦਾਸ ਜੀ ਰਾਮੋ ਦੇ ਪਤੀ ਜੀ ਵੀ ਚਲਾਣਾ ਕਰ ਗਏ ਅਤੇ ਬਾਬਾ ਨਰੈਣ ਦਾਸ ਤੇ ਮਾਤਾ ਦਇਆ ਕੌਰ, ਮਾਤਾ ਦਮੋਦਰੀ ਤੇ ਰਾਮੋ ਦੇ ਪਿਤਾ ਜੀ ਮਾਤਾ ਜੀ ਡੱਲੇ ਪਿੰਡ ਤੋਂ ਆਏ ਸਨ। ਸੁਲਤਾਨਪੁਰ ਦੇ ਲਾਗੇ ਡੱਲਾ ਹੈ। ਉੱਥੋਂ ਡਰੌਲੀ ਮੋਗੇ ਕੋਲ ਆਏ। ਆਪਣੀ ਬੇਟੀ ਦੇ ਇੱਕ ਬੇਟੀ ਦੇ ਅਫਸੋਸ ਤੇ ਆਏ। ਦੂਜੀ ਵੀ ਚਲਾਣਾ ਕਰ ਗਈ। ਦਮਾਦ ਭਾਈ ਸਾਈਂ ਦਾਸ ਵੀ ਚਲਾਣਾ ਕਰ ਗਿਆ। ਇਸ ਵਿਜੋਗ ਵਿੱਚ ਬਾਬਾ ਨਰੈਣ ਦਾਸ ਤੇ ਮਾਤਾ ਦਇਆ ਕੌਰ ਜੀ ਵੀ ਆਪਣਾ ਚੋਲਾ ਛੱਡ ਗਏ। ਐਸਾ ਭਾਣਾ ਵਰਤਿਆ 5 ਮੌਤਾਂ ਥੋੜ੍ਹੇ ਦਿਨਾਂ ਵਿੱਚ ਹੀ ਹੋ ਗਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਹੁਰੇ ਪਰਿਵਾਰ ਦੀ ਇਹਨਾਂ 5 ਹੀ ਮੌਤਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾ ਕੇ ਭੋਗ ਪਵਾਇਆ ਔਰ ਸੰਗਤਾਂ ਨੇ ਸਾਧ ਸੰਗਤ ਜੀ ਕੀਰਤਨ ਕਥਾ ਹਰੀ ਜਸ ਕੀਤਾ, ਲੰਗਰ ਵਰਤਾਏ। ਬੜਾ ਵੈਰਾਗਮਈ ਮਾਹੌਲ ਬਣ ਗਿਆ। ਬਾਅਦ ਵਿੱਚ ਸਤਿਗੁਰੂ ਜੀ ਨੇ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸ੍ਰੀ ਕੀਰਤਪੁਰ ਸਾਹਿਬ ਜਾਣ ਦਾ ਹੁਕਮ ਦਿੱਤਾ। ਕਰਤਾਰਪੁਰ ਸਾਹਿਬ ਜਾਣ ਦਾ ਹੁਕਮ ਦਿੱਤਾ। ਬਾਬਾ ਜੀ ਪਰਿਵਾਰ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਚਲੇ ਗਏ। ਬੀਬੀ ਬੀਰੋ ਨੂੰ ਵੀ ਵਿਦਾ ਕੀਤਾ ਹੈ। ਸੋ ਇਹ ਕਥਾ ਅੱਗੇ ਪ੍ਰੇਮ ਨਾਲ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਕਰਿਓ ਵਿਸਰਜਨ ਸਰਬ ਕੋ, ਸਾਰਿਆਂ ਨੂੰ ਵਿਦਾ ਕੀਤਾ ਜੋ ਦੂਰੋਂ ਨੇੜਿਓਂ ਚੱਲ ਕੇ ਰਿਸ਼ਤੇਦਾਰ ਸਾਕ ਸੰਬੰਧੀ ਗੁਰੂ ਕੀਆਂ ਸੰਗਤਾਂ ਆਈਆਂ ਸਨ। ਹਟ ਸ੍ਰੀ ਹਰ ਗੋਬਿੰਦ। ਤੇ ਸਾਰਿਆਂ ਨੂੰ ਵਿਦਾ ਕਰਕੇ ਸਤਿਗੁਰੂ ਜੀ ਵਾਪਸ ਡਰੌਲੀ ਕੁਝ ਸਮਾਂ ਟਿਕੇ ਹਨ। ਖਾਨ ਪਾਨ ਕਰ ਬਿਹਰਹੀ, ਔਰ ਪਿੰਡ ਤੋਂ ਬਾਰ-ਬਾਰ ਹੀ ਪੜਾਅ ਕੀਤਾ ਹੋਇਆ, ਉੱਥੇ ਹੀ ਲੰਗਰ ਪ੍ਰਸ਼ਾਦਾ ਛਕਿਆ ਹੈ। ਥਿਰੇ ਵਹਿਰ ਟਿਗ ਬ੍ਰਿੰਦ। ਬਾਹਰ ਸੰਗਤਾਂ ਤੇ ਫੌਜਾਂ ਕੋਲ ਹਨ। ਆਪਣਾ ਪਰਿਵਾਰ ਵਿਦਾ ਕਰ ਦਿੱਤਾ ਹੈ। ਹੁਣ 6ਵੇਂ ਪਾਤਸ਼ਾਹ ਇਕੱਲੇ ਹੀ ਰਹਿ ਗਏ ਹਨ। ਚਉਪਈ ਸਭਾ ਵਿਖੇ ਥਿਰਤਾ ਗੁਰ ਲਈ, ਸੰਗਤ ਦੇ ਦੀਵਾਨ ਵਿੱਚ ਮਹਾਰਾਜ ਬੈਠੇ ਹਨ। ਸੋਦਰ ਸੰਧਿਆ ਜਿਸ ਛਿਨ ਭਈ, ਜਦੋਂ ਸੋਦਾ ਰਹਿਰਾਜ ਸਾਹਿਬ ਜੀ ਦਾ ਸਮਾਂ ਹੋਇਆ ਹੈ। ਕੁਛਕ ਤਿਮਰ ਬਿਥਰਿਓ ਨ ਬਛਾਏ, ਜਦੋਂ ਸਾਧ ਸੰਗਤ ਜੀ ਕੁਝ ਹਨੇਰਾ ਛਾ ਗਿਆ ਰਹਿਰਾਸ ਤੋਂ ਬਾਅਦ ਸ੍ਰੀ ਹਰ ਗੋਬਿੰਦ ਮੰਦਿਰ ਆਏ। ਮਹਾਰਾਜ ਆਪਣੇ ਮਹਿਲਾਂ ਵਿੱਚ, ਜਿੱਥੇ ਗੁਰੂ ਕੇ ਮਹਿਲ ਹਨ ਡਰੌਲੀ ਪਿੰਡ ਵਿੱਚ ਭਾਈ ਸਾਈਂ ਦਾਸ ਜੀ ਦਾ ਘਰ ਹੈ, ਉੱਥੇ ਆਏ ਹਨ। ਸਭ ਦਿਸ਼ ਸੂਨ ਸਦਨ ਦਿਸ ਆਵੈ, ਅੱਜ ਉਹ ਘਰ ਖਾਲੀ ਖਾਲੀ ਦਿਸਦਾ ਹੈ। ਜਿਹੜਾ ਘਰ ਕਦੀ ਰੌਣਕਾਂ ਲੱਗੀਆਂ ਹੁੰਦੀਆਂ ਸੀ, ਭਾਈ ਸਾਈਂ ਦਾਸ ਬੀਬੀ ਰਾਮੋ ਪ੍ਰੇਮ ਨਾਲ ਸੇਵਾ ਕਰਦੇ ਸੀ, ਅੱਜ ਉਸ ਘਰ ਦੇ ਵਿੱਚ ਭਾਂ ਹੁੰਦੀ ਹੈ। ਉਹ ਘਰ ਖਾਲੀ ਖਾਲੀ ਦਿਸਦਾ ਹੈ। ਨਏ ਚਿਨੇ ਜਨ ਅਬਹਿ ਵਸਾਵੈ। ਹਾਂ, ਕਹਿੰਦੇ ਇੱਦਾਂ ਲੱਗਦਾ ਵੀ ਜਿਵੇਂ ਕੋਈ ਨਵਾਂ ਮਕਾਨ ਖਰੀਦਿਆ ਹੋਵੇ ਤੇ ਅਜੇ ਉਹਦੇ 'ਚ ਵਸਣਾ ਹੋਵੇ। ਨਵਾਂ ਮਕਾਨ ਆਪਾਂ ਕਿਤੇ ਜਾਂਦੇ ਹਾਂ, ਖਰੀਦਦੇ ਹਾਂ, ਅਜੇ ਉਹਦੇ 'ਚ ਵਸਦੇ ਨਹੀਂ ਤੇ ਉਹ ਘਰ ਖਾਲੀ ਖਾਲੀ ਲੱਗਦਾ ਹੈ। ਤੇ ਇਹ ਤਾਂ ਵਸਿਆ
ਭਰਿਆ ਘਰ ਸੀਗਾ, ਅੱਜ ਫਿਰ ਖਾਲੀ ਹੋ ਗਿਆ। ਭਾਈ ਸਾਈਂ ਦਾਸ ਬੀਬੀ ਰਾਮੋ ਦੇ ਚਲਾਣੇ ਨਾਲ ਇਹ ਘਰ ਸਦਾ ਲਈ ਖਾਲੀ ਹੋ ਗਿਆ ਹੈ। ਸਾਈਂ ਦਾਸ ਆਵਾਸ ਨਾ ਕੋਈ। ਭਾਈ ਸਾਈਂ ਦਾਸ ਜੀ ਅੱਜ ਉਸ ਘਰ ਵਿੱਚ ਨਜ਼ਰ ਨਹੀਂ ਆਉਂਦੇ, ਜਿਹੜੇ ਇਸ ਘਰ ਦੇ ਮਾਲਕ ਸਨ। ਗੁਰ ਆਵਤ ਪਿਖ ਸਨਮੁਖ ਹੋਈ। ਜਦੋਂ ਮਹਾਰਾਜ ਆਉਂਦੇ ਸੀ ਨਾ, ਘਰ ਵਿੱਚ ਵੜਦੇ ਸੀ, ਸਾਈਂ ਦਾਸ ਭੱਜ ਕੇ ਅੱਗੋਂ ਦੀ ਆ ਕੇ ਦਰਵਾਜ਼ਾ ਖੋਲ੍ਹਦਾ ਸੀ, ਜੀ ਆਇਆਂ ਨੂੰ ਕਹਿੰਦਾ ਸੀ, ਸਤਿਗੁਰਾਂ ਨੂੰ ਪਲੰਘ 'ਤੇ ਬਿਠਾਉਂਦਾ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦਾ ਸੀ ਤੇ ਬੜਾ ਪ੍ਰੇਮ ਨਾਲ ਸੇਵਾ ਕਰਦਾ ਸੀ। ਅੱਜ ਸਾਈਂ ਦਾਸ ਦਿਸਦਾ ਨਹੀਂ ਹੈ ਇਸ ਘਰ ਦੇ ਵਿੱਚ। ਬਿਜਨਾ ਪਾਉਣ ਕਰਨ ਤੇ ਆਦ। ਪੱਖਾ ਚੱਲਣਾ ਤੇ ਹੋਰ ਕਈ ਪ੍ਰਕਾਰ ਦੀ ਸੇਵਾ ਕਰਨੀ ਇਹ ਭਾਈ ਸਾਈਂ ਦਾਸ ਕਰਿਆ ਕਰਦਾ ਸੀ। ਰਾਮੋ ਸੇਵ ਕਰਤ ਭੇ ਯਾਦ। ਤੇ ਮਹਾਰਾਜ ਅੱਜ ਸਾਈਂ ਦਾਸ ਨੂੰ ਤੇ ਉਹਦੀ ਧਰਮ ਪਤਨੀ ਆਪਣੀ ਵੱਡੀ ਸਾਲੀ ਬੀਬੀ ਰਾਮੋ ਨੂੰ ਯਾਦ ਕਰਦੇ ਨੇ, ਜਿਹੜੇ ਦੋਵੇਂ ਪਤੀ ਪਤਨੀ ਬੜੀ ਸ਼ਰਧਾ ਨਾਲ ਸੇਵਾ ਕਰਿਆ ਕਰਦੇ ਸਨ। ਰਹਿਤ ਨਜੀਕੀ ਸਾਹਿਬ ਜਾਦੇ। ਤੇ ਸਾਹਿਬਜ਼ਾਦੇ ਵੀ ਇੱਥੇ ਹੀ ਸਨ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਤੇਗ ਬਹਾਦਰ ਜੀ, ਉਹ ਵੀ ਚਲੋ ਰਹਿੰਦੇ ਸਨ ਤੇ ਘਰ ਵਸਿਆ ਭਰਿਆ ਲੱਗਦਾ ਸੀ। ਨਹਿ ਚਾਰਹੁ ਮਹਿ ਕੋ ਅਹਿਲਾਦੇ। ਅੱਜ ਚਾਰਾਂ ਹੀ ਪੁੱਤਰਾਂ ਵਿੱਚੋਂ ਕੋਲ ਕੋਈ ਨਹੀਂ ਹੈ, ਚਾਰੇ ਚਲੇ ਗਏ ਨੇ ਕਰਤਾਰਪੁਰ ਨੂੰ। ਤੀਨੋਂ ਮਹਿਲਾ ਇੱਕ ਮ੍ਰਿਤ ਹੋਈ। 3 ਪਤਨੀਆਂ ਸਨ, ਗੁਰੂ ਕੀਆਂ ਮਹਿਲ ਸਨ। ਮਾਤਾ ਦਮੋਦਰੀ ਜੀ ਚਲਾਣਾ ਕਰ ਗਏ ਨੇ, ਮਾਤਾ ਨਾਨਕੀ ਤੇ ਮਾਤਾ ਮਹਾਂਦੇਵੀ ਕਰਤਾਰਪੁਰ ਚਲੇ ਗਏ ਨੇ। ਗਮਨੀਪੁਰ ਦਾਸੀ ਜੁਤ ਦੋਈ। ਦਾਸੀਆਂ ਵੀ ਸਮੇਤ, ਸੇਵਾਦਾਰ, ਸਟੈਲੂਏ, ਦਾਸ ਸਭ ਚਲੇ ਗਏ ਨੇ। ਪਉਤਰੇ ਨਿਕਟ ਜੁਗਮ ਕਬ ਆਵਤ। 2 ਪੋਤਰੇ ਸਨ, ਗੋਦੀ 'ਚ ਆ ਕੇ ਬਹਿ ਜਾਂਦੇ ਸਨ, ਬਾਬਾ ਧੀਰਮਲ ਜੀ ਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ। ਇਹ ਦੋਵੇਂ ਪੋਤਰੇ ਵੀ ਚਲੇ ਗਏ ਹਨ। ਕਰਤ ਦੁਲਾਰ ਮੋਦ ਉਪਜਾਵਤ। ਸਾਰਾ ਪਰਿਵਾਰ ਚਲਾ ਗਿਆ। ਜਦੋਂ ਕੱਲ ਤਾਈਂ ਘਰ ਵਿੱਚ ਸਨ, ਚਲੋ ਕਦੀ ਪੋਤਰੇ ਲਾਡ ਪਿਆਰ ਕਰਦੇ, ਗੋਦੀ 'ਚ ਬਹਿੰਦੇ ਸਨ ਦਾਦਾ ਜੀ ਦੀ, ਤੇ ਮਨ ਬੜਾ ਪ੍ਰਸੰਨ ਰਹਿੰਦਾ ਸੀ। ਗਏ ਸਮਸਤ ਸਮੀਪ ਨਾ ਕੋਈ। ਆ ਸਾਰੇ ਹੀ ਚਲੇ ਗਏ। ਸਾਈਂ ਦਾਸ, ਰਾਮੋ, ਦਮੋਦਰੀ ਮਾਤਾ ਚੜ੍ਹਾਈ ਕਰ ਗਏ, ਬਾਬਾ ਨਰੈਣ ਦਾਸ, ਮਾਤਾ ਦਇਆ ਕੌਰ ਵੀ ਚਲਾਣਾ ਕਰ ਗਏ, ਤੇ ਬਾਕੀ ਪਰਿਵਾਰ ਜਿਹੜਾ ਸੀ ਉਹ ਕਰਤਾਰਪੁਰ ਨੂੰ ਚਲਾ ਗਿਆ। ਸਤਿਗੁਰਾਂ ਦੇ ਪੁੱਤਰ ਵੀ ਚਲੇ ਗਏ, ਨੂੰਹਾਂ ਵੀ ਚਲੀਆਂ ਗਈਆਂ ਤੇ ਪੋਤਰੇ ਵੀ ਚਲੇ ਗਏ। ਸੁਨੇ ਸਦਨ ਉਦਾਸੀ ਹੋਈ। ਸਾਧ ਸੰਗਤ ਜੀ, ਡਰੌਲੀ ਪਿੰਡ ਅੱਜ ਖਾਲੀ ਖਾਲੀ ਜਾਪਣ ਲੱਗ ਪਿਆ। ਭਰਿਆ ਸੀਗਾ, ਜਿੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ, ਮਹਾਰਾਜ 6ਵੇਂ ਪਾਤਸ਼ਾਹ ਪਰਿਵਾਰ ਦੇ ਵਿੱਚ ਰਹਿੰਦੇ ਸਨ, ਅੱਜ ਖਾਲੀ ਹੈ। ਸਾਈਂ ਦਾਸ ਦਾ ਘਰ ਖਾਸ ਕਰਕੇ ਸੁੰਨਾ ਸੁੰਨਾ ਲੱਗਣ ਲੱਗਾ ਹੈ। ਬਿਧੀ ਚੰਦ ਕੋ ਨਿਕਟ ਨਿਹਾਰਾ। ਕੋਲ ਭਾਈ ਬਿਧੀ ਚੰਦ ਜੀ ਬੈਠੇ ਨੇ, ਤੇ ਭਾਈ ਬਿਧੀ ਚੰਦ ਵੱਲ ਵੇਖ ਕੇ ਬਾਕ ਵਿਰਾਗ ਸਮੇਤ ਉਚਾਰਾ। ਬੜੇ ਬੈਰਾਗ ਦੇ ਬਚਨ 6ਵੇਂ ਪਾਤਸ਼ਾਹ ਮਹਾਰਾਜ ਕਰਨ ਲੱਗੇ ਹਨ। ਦੇਖੋ ਜਗ ਸਨੇਹ ਕੀ ਚਾਲੀ। ਦੇਖੋ ਭਾਈ ਬਿਧੀ ਚੰਦ ਜੀ, ਇਹ ਸੰਸਾਰ ਦਾ ਮੋਹ ਕਿਹੋ ਜਿਹਾ ਹੈ, ਇਹ ਸੰਸਾਰ ਦੀ ਪ੍ਰੀਤ ਕੈਸੀ ਹੈ। ਸਾਰਾ ਹੀ ਝੂਠਾ ਪਸਾਰਾ ਹੈ, ਕੋਈ ਵੀ ਇਸ ਸੰਸਾਰ ਦੇ ਵਿੱਚ ਸੱਚਾ ਨਹੀਂ ਹੈ। ਇਹ ਜਗ ਮੀਤ ਨਾ ਦੇਖਿਓ ਕੋਈ, ਇਹ ਸੰਸਾਰ 'ਚ ਕੋਈ ਸੱਚਾ ਮਿੱਤਰ, ਸੱਚਾ ਰਿਸ਼ਤੇਦਾਰ, ਸਦਾ ਨਿਭਣ ਵਾਲਾ, ਨਾਲ ਰਹਿਣ ਵਾਲਾ ਕੋਈ ਵੀ ਨਹੀਂ ਹੈ। ਇੱਕ ਦਿਨ ਭਰੇ ਏਕ ਦਿਨ ਖਾਲੀ। ਦੇਖੋ ਭਾਈ ਬਿਧੀ ਚੰਦ ਜੀ, ਕੈਸੀ ਦੁਨੀਆ ਦੀ ਚਾਲ ਹੈ। ਇੱਕ ਦਿਨ ਘਰ ਭਰੇ ਹੁੰਦੇ ਨੇ ਤੇ ਦੂਜੇ ਦਿਨ ਖਾਲੀ ਹੁੰਦੇ ਨੇ। ਇੱਕ ਦਿਨ ਭਰੇ, ਇੱਕ ਦਿਨ ਖਾਲੀ। ਇੱਕ ਦਿਨ ਘਰ ਭਰੇ ਨੇ ਤੇ ਇੱਕ ਦਿਨ ਖਾਲੀ ਨਜ਼ਰ ਆਉਂਦੇ ਨੇ। ਕਬਹੂ ਹਰੇ ਸ਼ੁਸ਼ਕ ਕਬ ਜਾਵਹਿ। ਕਦੀ ਹਰੇ ਹੁੰਦੇ ਨੇ, ਕਦੀ ਖੁਸ਼ਕ ਸੁੱਕੇ ਹੋ ਜਾਂਦੇ ਨੇ। ਜਦੋਂ ਮੀਂਹ ਪੈਂਦਾ ਧਰਤੀ ਹਰੀ ਹੋ ਜਾਂਦੀ ਹੈ, ਤੇ ਜਦੋਂ ਹਾੜ ਦੀ ਗਰਮੀ ਪੈਂਦੀ ਹੈ ਧਰਤੀ ਖੁਸ਼ਕ ਹੋ ਜਾਂਦੀ, ਸੁੱਕ ਜਾਂਦੀ ਹੈ। ਕੈਸੀ ਦੁਨੀਆ ਬਣਾਈ ਹੈ ਵਾਹਿਗੁਰੂ ਨੇ। ਕਬਹੂ ਜਨਮ ਕਬਹੂ ਬਿਨਸਾਵਹਿ। ਕਿਤੇ ਜਨਮ ਹੁੰਦੇ ਨੇ, ਵਧਾਈਆਂ ਮਿਲਦੀਆਂ ਨੇ, ਲੱਡੂ ਵੰਡੇ ਜਾਂਦੇ ਨੇ, ਭੰਗੜੇ ਪੈਂਦੇ ਨੇ, ਪੁੱਤਰ ਜੰਮਿਆ ਹੈ, ਤੇ ਕਦੀ ਮੌਤ ਹੋ ਜਾਂਦੀ ਹੈ ਤੇ ਰੋਣੇ ਪਿੱਟਣੇ ਪੈ ਜਾਂਦੇ ਨੇ। ਇੱਕ ਪਾਸੇ ਲੋਕ ਜੰਮ ਰਹੇ ਨੇ
ਇੱਕ ਪਾਸੇ ਲੋਕ ਮਰ ਰਹੇ ਨੇ। ਬੜੀ ਵਿਚਿੱਤਰ ਦੁਨੀਆ ਹੈ ਭਾਈ ਬਿਧੀ ਚੰਦ ਜੀ। ਕਬ ਮੇਲਾ ਕਬ ਬਿਰਹਿ ਦੁਹੇਲਾ। ਇਹ ਕਿੱਦਾਂ ਦੀ ਦੁਨੀਆ ਹੈ? ਕਦੀ ਮਿਲਾਪ ਹੁੰਦਾ ਹੈ ਤੇ ਸਾਰੇ ਇਕੱਠੇ ਹੋ ਕੇ ਮਿਲਦੇ ਨੇ, ਜੱਫੀਆਂ ਪਾ ਪਾ ਕੇ ਬਹਿੰਦੇ ਨੇ ਕੋਲ, ਤੇ ਕਦੀ ਵਿਛੋੜੇ ਪੈ ਜਾਂਦੇ ਨੇ, ਦੂਰ ਹੋ ਜਾਈਦਾ ਹੈ। ਕਬ ਸੰਕਟ ਕਬ ਹੋਤ ਸੁਹੇਲਾ। ਕਦੀ ਬੰਦੇ ਦੀ ਜ਼ਿੰਦਗੀ 'ਚ ਸੰਕਟ ਕਸ਼ਟ ਆ ਜਾਂਦੇ ਨੇ, ਦੁੱਖ ਮੁਸੀਬਤਾਂ ਆ ਜਾਂਦੀਆਂ ਨੇ ਤੇ ਬੰਦਾ ਬੜਾ ਦੁਖੀ ਹੋ ਜਾਂਦਾ। ਤੇ ਕਦੀ ਸੁੱਖ ਦੀ ਘੜੀ ਆਉਂਦੀ ਹੈ, ਬੰਦੇ ਨੂੰ ਸਾਰੀਆਂ ਹੀ ਸਹੂਲਤਾਂ ਮਿਲ ਜਾਂਦੀਆਂ, ਸਾਰੇ ਹੀ ਕੰਮ ਠੀਕ ਹੋਣ ਲੱਗ ਪੈਂਦੇ ਹੈ, ਬੰਦਾ ਖੁਸ਼ੀਆਂ ਵਿੱਚ ਨੱਚਣ ਲੱਗ ਜਾਂਦਾ, ਝੂਮਣ ਲੱਗ ਜਾਂਦਾ। ਕੈਸੀ ਦੁਨੀਆ ਬਣਾਈ ਹੈ ਵਾਹਿਗੁਰੂ ਨੇ। ਸਦਾ ਪ੍ਰਣਾਮਵੰਤ ਜਗ ਹੈ। ਦੇਖ ਭਾਈ ਬਿਧੀ ਚੰਦ, ਇਹ ਸਾਰਾ ਸੰਸਾਰ ਪ੍ਰਣਾਮਵੰਤ ਹੈ। ਪ੍ਰਣਾਮਵੰਤ ਕਹਿੰਦੇ ਨੇ ਜਿਵੇਂ ਸਾਧ ਸੰਗਤ ਜੀ ਦੁੱਧ ਦਾ ਦਹੀਂ ਬਣ ਜਾਣਾ ਤੇ ਦਹੀਂ ਦਾ ਮੱਖਣ ਬਣ ਜਾਣਾ ਤੇ ਮੱਖਣ ਦਾ ਘਿਓ ਬਣ ਜਾਣਾ ਤੇ ਘਿਓ ਦਾ ਕੜਾਹ ਪ੍ਰਸ਼ਾਦ ਬਣ ਜਾਣਾ, ਬਦਲ ਜਾਣਾ। ਯਾਨੀ ਵਿਕਾਰੀ ਜਿਹੜੀ ਚੀਜ਼ ਬਦਲ ਕੇ ਹੋਰ ਦਾ ਹੋਰ ਰੂਪ ਧਾਰਨ ਕਰ ਜਾਂਦੀ, ਉਹਨੂੰ ਪ੍ਰਣਾਮਵੰਤ ਕਹਿੰਦੇ, ਉਹਨੂੰ ਵਿਕਾਰੀ ਕਹਿੰਦੇ। ਇਹ ਸਾਰਾ ਸੰਸਾਰ ਵਿਕਾਰੀ ਹੈ, ਇੱਕੋ ਜਿਹਾ ਨਹੀਂ ਰਿਹਾ। ਜਿੱਥੇ ਕਿਤੇ ਜੰਗਲ ਹੁੰਦੇ ਨੇ ਉੱਥੇ ਸ਼ਹਿਰ ਵਸ ਜਾਂਦੇ ਨੇ, ਜਿੱਥੇ ਸ਼ਹਿਰ ਹੁੰਦੇ ਨੇ ਉੱਥੇ ਥੇ ਬਣ ਜਾਂਦੇ ਨੇ। ਕਦੀ ਫੇਰ ਉਹਨਾਂ ਥਿਆਂ 'ਤੇ ਆਬਾਦੀ ਆ ਜਾਂਦੀ ਹੈ, ਕਦੀ ਫੇਰ ਉਹ ਥੇ ਬਣ ਜਾਂਦੇ ਨੇ। ਆਹ ਦੁਨੀਆ ਦਾ ਪਸਾਰਾ ਹੈ, ਝੂਠਾ ਪਸਾਰਾ ਹੈ ਸਾਰਾ। ਵਾਹਿਗੁਰੂ। ਨਹੀਂ ਏਕ ਰਸ ਥਿਰਤਾ ਗਹਿ। ਇੱਕੋ ਜਿਹਾ ਨਹੀਂ ਰਹਿੰਦਾ ਇਹ ਸੰਸਾਰ, ਇੱਕ ਰਸ ਨਹੀਂ ਰਹਿੰਦਾ। ਬਚਪਨ ਆਉਂਦਾ ਚਲਾ ਜਾਂਦਾ ਹੈ, ਜਵਾਨੀ ਆਉਂਦੀ ਹੈ ਚਲੀ ਜਾਂਦੀ ਹੈ, ਬੁਢੇਪਾ ਆਉਂਦਾ ਉਹ ਵੀ ਨਹੀਂ ਰਹਿੰਦਾ, ਮੌਤ ਉਹਨੂੰ ਵੀ ਖਾ ਜਾਂਦੀ ਹੈ। ਸੰਸਾਰ ਵਿੱਚ ਕੋਈ ਚੀਜ਼ ਇੱਕੋ ਜਿਹੀ ਨਹੀਂ ਰਹਿੰਦੀ। ਕੋਈ ਘਰ ਬਣਾਈ ਦਾ ਨਵਾਂ, ਬੜਾ ਸੋਹਣਾ ਲੱਗਦਾ, 25-30 ਸਾਲਾਂ 'ਚ ਪੁਰਾਣਾ ਹੋਣ ਲੱਗਦਾ ਹੈ, ਫਿਰ ਇੱਕ ਦਿਨ ਉਹ ਘਰ ਢਹਿ ਜਾਂਦਾ ਹੈ, ਉੱਥੇ ਹੋਰ ਕੋਈ ਚੀਜ਼ ਬਣ ਜਾਂਦੀ ਹੈ। ਇਸੇ ਤਰ੍ਹਾਂ ਸੰਸਾਰ ਦੀ ਹਰ ਚੀਜ਼ ਬਦਲਦੀ ਹੋਰ ਦਾ ਹੋਰ ਰੂਪ ਧਾਰਨ ਕਰਦੀ ਰਹਿੰਦੀ ਹੈ। ਮਿਲਵੇ ਤੇ ਹਰਖਹਿ ਨਹਿ ਗਿਆਨੀ। ਜਿਹੜੇ ਗਿਆਨੀ ਪੁਰਸ਼ ਹੁੰਦੇ ਨੇ, ਬ੍ਰਹਮ ਗਿਆਨੀ ਹੁੰਦੇ ਨੇ, ਉਹ ਕਿਸੇ ਦੇ ਮਿਲਣ 'ਤੇ ਖੁਸ਼ ਨਹੀਂ ਹੁੰਦੇ। ਜੇ ਕੋਈ ਮਿਲਾਪ ਹੋਇਆ, ਕੋਈ ਸੰਜੋਗ ਹੋਇਆ, ਉਹ ਬਹੁਤੇ ਇੰਨੇ ਖੁਸ਼ੀ 'ਚ ਪਾਗਲ ਨਹੀਂ ਹੁੰਦੇ ਜਿੰਨੇ ਸੰਸਾਰੀ ਅਗਿਆਨੀ ਲੋਕ ਹੁੰਦੇ ਨੇ। ਵਿਛੜੇ ਸ਼ੋਕ ਨਾ ਦੁੱਖ ਕੋ ਜਾਨੀ। ਤੇ ਗਿਆਨੀ ਪੁਰਸ਼ ਵਿਛੜਨ ਦਾ ਦੁੱਖ ਵੀ ਨਹੀਂ ਮੰਨਦੇ। ਉਹ ਕਹਿੰਦੇ ਹੁਕਮ ਵਿੱਚ ਹੀ ਜੰਮਣਾ ਹੈ ਤੇ ਹੁਕਮ ਵਿੱਚ ਹੀ ਮਰਨਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਵਿਜੋਗ ਮਿਲ ਵਿਛੜਿਆ, ਸੰਜੋਗੀ ਮੇਲ। ਗਿਆਨੀ ਪੁਰਸ਼ ਇਸ ਦੁਨੀਆ ਨੂੰ ਤਮਾਸ਼ਾ ਸਮਝਦੇ ਨੇ। ਉਹ ਕਹਿੰਦੇ ਨੇ ਇਹ ਚੱਲਦਾ ਨਾਟਕ ਹੈ, ਇਹ ਵਿਚਿੱਤਰ ਨਾਟਕ ਹੈ। ਵਿਚਿੱਤਰ ਕਹਿੰਦੇ ਬੜਾ ਅਸਚਰਜ ਨਾਟਕ ਜੋ ਟਿਕੇ ਨਾ। ਨਾਟਕ ਦੇ ਅਰਥ ਵਿਦਵਾਨਾਂ ਨੇ ਕੀਤੇ ਹਨ, ਜੋ ਟਿਕਦਾ ਨਹੀਂ, ਚੱਲਦਾ ਰਹਿੰਦਾ। ਫਿਲਮ ਚੱਲਦੀ ਰਹਿੰਦੀ ਹੈ, ਸੀਨ ਬਦਲਦੇ ਰਹਿੰਦੇ ਨੇ, ਹੋਰ ਦੀ ਹੋਰ ਇਹ ਦੁਨੀਆ ਦੇ ਸਟੇਜ ਦੇ ਉੱਤੇ ਡਰਾਮੇ ਹੁੰਦੇ ਨੇ। ਅੱਜ ਹੋਰ, ਕੱਲ੍ਹ ਹੋਰ, ਪਰਸੋਂ ਹੋਰ, ਦੁਨੀਆ ਬਦਲਦੀ ਰਹਿੰਦੀ, ਛਿਨ ਪ੍ਰਤੀ ਛਿਨ ਬਦਲਦੀ ਹੈ। ਲਖੈ ਕੂਰ ਨਹਿ ਕਰਹਿ ਸਨੇਹਾ। ਇਸ ਕਰਕੇ ਗਿਆਨੀ ਪੁਰਸ਼ ਇਸ ਸੰਸਾਰ ਨੂੰ ਝੂਠਾ ਸਮਝਦੇ ਨੇ, ਇਹਦੇ ਨਾਲ ਸਨੇਹ ਨਹੀਂ ਕਰਦੇ, ਮੋਹ ਨਹੀਂ ਪਾਉਂਦੇ। ਉਹ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਹ ਦੁਨੀਆ ਸਾਰੀ ਝੂਠੀ ਹੈ, ਇਹਦੇ ਨਾਲ ਕੀ ਮੋਹ ਕਰਨਾ। ਅੱਜ ਹੈ ਕੱਲ੍ਹ ਨੂੰ ਨਹੀਂ। ਅੱਜ ਜਿਹੜਾ ਸੀਨ ਵੇਖਿਆ ਕੱਲ੍ਹ ਨੂੰ ਇਹ ਬਦਲ ਜਾਣਾ। ਜਿਹੜਾ ਕੱਲ੍ਹ ਸੀਨ ਆਵੇਗਾ ਉਹ ਪਰਸੋਂ ਬਦਲ ਜਾਏਗਾ। ਦੁਨੀਆ 'ਤੇ ਕੋਈ ਚੀਜ਼ ਸਦਾ ਨਹੀਂ ਰਹਿੰਦੀ। ਬਿਨ ਸਜਾਏ ਜਬ ਕਿਉਂ ਦੁਖ ਲੇਹਾ। ਆਹਾ ਕਹਿੰਦੇ ਜਿਹੜੀ ਚੀਜ਼ ਬਿਨਸੀ ਜਾਣੀ ਹੈ ਬਿਧੀ ਚੰਦ, ਉਹਦਾ ਕੀ ਦੁੱਖ ਮਨਾਉਣਾ ਹੋਇਆ। ਉਹਨੇ ਤੇ ਖਤਮ ਹੋਣਾ ਹੀ ਹੋਣਾ। ਹਾਂਜੀ। ਜੋ ਵਸਤੂ ਨਿਤ ਇੱਕ ਰਸ ਰਹਿ। ਜਿਹੜੀ ਵਸਤੂ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ, ਉਹਨੂੰ ਬ੍ਰਹਮ ਗਿਆਨੀ ਜਾਣਦੇ ਨੇ। ਉਹ ਆਤਮਾ ਹੀ ਹੈ, ਉਹ ਜੋਤ ਹੈ ਅਕਾਲ ਪੁਰਖ ਦੀ। ਉਹ ਨਾ ਵੱਧਦੀ ਹੈ
ਨਾ ਘਟਦੀ ਹੈ। ਨਾ ਉਹ ਬੂਢਾ ਨਾ ਉਹ ਬਾਲਾ, ਨਾ ਉਸ ਦੁੱਖ ਨਹੀਂ ਜਮ ਜਾਲਾ, ਨਾ ਉਹ ਬੜੈ ਨਾ ਘਟਤਾ ਜਾਏ, ਉਹ ਅਵਿਨਾਸੀ ਰਿਹਾ ਸਮਾਏ। ਨਾ ਉਹ ਜਵਾਨ ਹੁੰਦਾ ਨਾ ਉਹ ਬੁੱਢਾ ਹੁੰਦਾ, ਨਾ ਉਹ ਵੱਧਦਾ ਨਾ ਉਹ ਘਟਦਾ। ਉਹ ਜੋਤ ਜਿਹੜੀ ਅਕਾਲ ਪੁਰਖ ਦੀ, ਨਿਰੰਕਾਰ ਦੀ, ਉਹਦੇ ਨਾਲ ਬ੍ਰਹਮ ਗਿਆਨੀ ਸਾਂਝ ਪਾ ਲੈਂਦੇ ਨੇ। ਕਰ ਅਨੁਰਾਗ ਤਿਸ ਹੈ ਉਰ ਲਹੈ, ਉਹਦੇ ਨਾਲ ਪ੍ਰੇਮ ਕਰਦੇ ਨੇ, ਪ੍ਰਮਾਤਮਾ ਨਾਲ, ਵਾਹਿਗੁਰੂ ਦੀ ਜੋਤ ਨਾਲ। ਉਹਨੂੰ ਆਪਣੇ ਅੰਦਰ ਵੇਖਦੇ ਨੇ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਅੰਦਰ ਵੀ ਹੈ ਬਾਹਰ ਵੀ ਹੈ, ਥਾਂ ਥਾਂ ਤੇ ਵਿਆਪਕ ਹੈ। ਉਸ ਪਰਮ ਜੋਤ ਨੂੰ, ਜਾਗਦੀ ਜੋਤ ਨੂੰ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ, ਗੋਰ ਮੜੀ ਮਟ ਭੂਲ ਨ ਮਾਨੈ। ਅੰਦਰਲੀ ਜੋਤ ਨੂੰ ਜਾਣਦੇ ਨੇ, ਬਾਹਰਲੇ ਪਸਾਰੇ ਦੇ ਵਿੱਚ ਨਹੀਂ ਰੀਝਦੇ। ਉਹ ਬਾਹਰਲੇ ਪਸਾਰੇ ਨੂੰ ਮਿਥਿਆ ਜਾਣਦੇ ਨੇ। ਸਦਾ ਸ਼ਾਂਤ ਚਿਤ ਸੰਤ ਉਦਾਰਾ, ਜਿਹੜੇ ਸਾਧੂ ਨੇ, ਸੰਤ ਨੇ, ਸਦਾ ਹੀ ਸ਼ਾਂਤ ਚਿੱਤ ਰਹਿੰਦੇ ਨੇ। ਉਹਨਾਂ ਦਾ ਮਨ ਡੋਲਦਾ ਨਹੀਂ ਮਾਇਆ ਦੇ ਝਕੋਲਿਆਂ ਨਾਲ। ਮਾਇਆ ਦੀਆਂ ਹਨੇਰੀਆਂ ਤੂਫਾਨ ਬੜੇ ਆਉਂਦੇ ਨੇ, ਪਰ ਸੰਤਾਂ ਦਾ ਮਨ ਟਿਕਿਆ ਹੁੰਦਾ ਹੈ। ਤਿਨ ਕੋ ਬੰਧਨ ਇਹ ਹਮਾਰਾ, ਉਹਨਾਂ ਸੰਤਾਂ ਨੂੰ ਸਾਡੀ ਬੰਦਨਾ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਿਧੀ ਚੰਦ ਧਨ ਹੁੰਦੇ ਉਹ ਮਹਾਂਪੁਰਸ਼, ਜਿਨ੍ਹਾਂ ਨੇ ਸ੍ਰੀ ਗੁਰ ਸ਼ਬਦ ਕਮਾਏ। ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਜਿਨ੍ਹਾਂ ਨੇ ਵਾਹਿਗੁਰੂ ਨੂੰ, ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਸਾਖਸ਼ਾਤ ਜਾਣ ਲਿਆ ਹੈ, ਉਹਨਾਂ ਨੂੰ ਨਮਸਕਾਰ ਕਰੀਏ। ਬਸਬੋ ਇਸ ਥਲ ਮੋਹੇ ਨਾ ਭਾਵੈ, ਬਿਧੀ ਚੰਦ ਇਹ ਘਰ ਭਰਿਆ ਭਰਿਆ ਸੀ। ਭਾਈ ਸਾਈਂ ਦਾਸ, ਬੀਬੀ ਰਾਮੋ ਦੇ ਚਲਾਣੇ ਨਾਲ ਖਾਲੀ ਹੋ ਗਿਆ। ਹੁਣ ਸਾਨੂੰ ਡਰੌਲੀ 'ਚ ਰਹਿਣਾ ਚੰਗਾ ਨਹੀਂ ਲੱਗਦਾ। ਹੁਣ ਇੱਥੇ ਸਾਡਾ ਮਨ ਨਹੀਂ ਲੱਗ ਰਿਹਾ। ਇਹ ਘਰ ਭਾਂ ਭਾਂ ਕਰਨ ਲੱਗ ਪਿਆ, ਖਾਲੀ ਹੋ ਗਿਆ। ਕਿਤੇ ਭਾਈ ਸਾਈਂ ਦਾਸ ਦਾ ਪ੍ਰੇਮ, ਬੀਬੀ ਰਾਮੋ ਦੀ ਸ਼ਰਧਾ ਤੇ ਸਾਰਾ ਪਰਿਵਾਰ ਇੱਥੇ ਇਕੱਠਾ ਹੁੰਦਾ ਸੀ। ਅੱਜ ਅਸੀਂ ਇਕੱਲੇ ਬੈਠੇ ਇਸ ਘਰ ਦੇ ਵਿੱਚ। ਹੇ ਬਿਧੀ ਚੰਦ, ਸਾਨੂੰ ਇੱਥੇ ਹੁਣ ਰਹਿਣ ਨੂੰ ਜੀ ਨਹੀਂ ਕਰਦਾ। ਸਾਈਂ ਦਾਸ ਦ੍ਰਿਸ਼ਟ ਨਹਿ ਆਵੈ, ਸਾਡਾ ਪਿਆਰਾ ਸੀ ਸਾਈਂ ਦਾਸ, ਭਗਤ ਸੀ ਸਾਡਾ। ਉਹ ਜਿਵੇਂ ਮਹਾਰਾਜ ਬਾਣੀ ਚ ਆਉਂਦਾ ਨਾ, ਸਾਧ ਸੰਗਤ ਜੀ, ਹਉ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਮਹਾਰਾਜ ਪਰਮੇਸ਼ਰ ਬਾਣੀ ਚ ਬਚਨ ਕਰਦੇ ਨੇ ਕਿ ਜਿੰਨੀ ਦੁਨੀਆ ਹੈ ਉਹਦਾ ਜੀਵਨ ਆਸਰਾ ਮੈਂ ਹਾਂ, ਤੇ ਮੇਰਾ ਜੀਵਨ ਆਸਰਾ ਮੇਰੇ ਭਗਤ ਹਨ। ਭਾਈ ਸਾਈਂ ਦਾਸ ਦਾ ਦਰਸ਼ਨ ਕਰ ਕਰਕੇ ਕਹਿੰਦੇ ਅਸੀਂ ਜਿਉਂਦੇ ਸੀ। ਉਹਦੇ ਪ੍ਰੇਮ ਨੂੰ, ਉਹਦੀ ਸ਼ਰਧਾ ਨੂੰ ਵੇਖ ਵੇਖ ਕੇ ਮਨ ਪ੍ਰਸੰਨ ਹੁੰਦਾ ਸੀ। ਰਾਮੋ ਸਹਿਤ ਸੇਵਕੋ ਠਾਨੈ, ਭਾਈ ਸਾਈਂ ਦਾਸ ਤੇ ਬੀਬੀ ਰਾਮੋ ਬੜੇ ਪ੍ਰੇਮ ਨਾਲ ਸੇਵਾ ਕਰਦੇ ਸੀ। ਸ਼ਰਧਾਵਾਨ ਸਨ ਦੋਵੇਂ ਹੀ ਆਤਮਾਵਾਂ, ਬੜੀਆਂ ਹੀ ਪਵਿੱਤਰ ਸਨ। ਨਿਤ ਨੂਤਨ ਮਨ ਪ੍ਰੇਮ ਮਹਾਨੈ, ਤੇ ਪ੍ਰੇਮ ਦਿਨੋਂ ਦਿਨ ਵੱਧਦਾ ਸੀਗਾ। ਉਹਨਾਂ ਦਾ ਪ੍ਰੇਮ ਐਸਾ ਸੀ ਵੀ ਉਹ ਪ੍ਰੇਮ ਦੁਨਿਆਵੀ ਪ੍ਰੇਮ, ਸਾਧ ਸੰਗਤ ਜੀ ਫਰਕ ਕੀ ਹੈ? ਮੋਹ ਤੇ ਪ੍ਰੇਮ 'ਚ ਫਰਕ ਕੀ ਹੈ? ਸਾਡਾ ਮੋਹ ਹੁੰਦਾ ਲੋਕਾਂ ਨਾਲ, ਮੋਹ 'ਚ ਸਵਾਰਥ ਹੁੰਦਾ, ਪ੍ਰੇਮ ਵਿੱਚ ਪਰਸਵਾਰਥ ਹੁੰਦਾ। ਪ੍ਰੇਮ 'ਚ ਕੋਈ ਮਤਲਬ ਨਹੀਂ ਹੁੰਦਾ ਵੀ ਕੀ ਲੈਣਾ, ਬਲਕਿ ਪ੍ਰੇਮ 'ਚ ਦੇਣਾ ਹੁੰਦਾ ਤੇ ਮੋਹ ਵਿੱਚ ਮੰਗਣਾ ਹੁੰਦਾ। ਲੋਕ ਕਹਿ ਦਿੰਦੇ ਮੈਂ ਤੈਨੂੰ ਪਿਆਰ ਕਰਦਾ, ਮੈਂ ਬੜਾ ਪਿਆਰ ਕਰਦਾ, ਪਰ ਅਸਲ 'ਚ ਉਹਦੀ ਆਪਣੀ ਖੁਦਗਰਜੀ ਹੁੰਦੀ ਹੈ, ਵਿੱਚ ਮੰਗ ਹੁੰਦੀ ਹੈ। ਉਹ ਜਿੱਥੇ ਮੰਗ ਵਾਲਾ ਮੋਹ ਹੁੰਦਾ ਹੈ, ਉਹ ਸਾਲ 2 ਸਾਲ 5 ਸਾਲ 10 ਸਾਲ ਬਾਅਦ ਘਟ ਜਾਂਦਾ, ਟੁੱਟ ਜਾਂਦੀ ਹੈ। ਇੱਥੋਂ ਤੱਕ ਹੋ ਜਾਂਦਾ ਵੀ ਕਈ ਵਾਰੀ ਇੱਕੋ ਥਾਲੀ 'ਚ ਰੋਟੀ ਖਾਣ ਵਾਲੇ, ਇੱਕ ਦੂਜੀ ਦੀ ਸਾਹ ਦੇ ਨਾਲ ਜੀਣ ਵਾਲੇ ਬੰਦੇ ਵੀ ਫਿਰ ਇੱਥੋਂ ਤੱਕ ਹੋ ਜਾਂਦੇ ਆ ਵੀ ਦੇਖਣਾ ਨਹੀਂ ਸਿਖਾਉਂਦੇ। ਵੀ ਉਹ ਕਹਿੰਦੇ ਬੰਦਾ ਮੈਨੂੰ ਨਜ਼ਰ ਹੀ ਨਾ ਆਵੇ, ਉਹਦਾ ਤੇ ਮੇਰੇ ਸਾਹਮਣੇ ਤੁਸੀਂ ਨਾਂ ਹੀ ਨਾ ਲਓ, ਉਹ ਤੇ ਬੜਾ ਮਾੜਾ, ਬੜਾ ਭੈੜਾ। ਜਿਹਨੂੰ ਅਸੀਂ ਆਪਣੀ ਜਾਨ ਕਹਿੰਦੇ ਆ, ਉਹਨੂੰ ਅਸੀਂ ਆਪਣਾ ਦੁਸ਼ਮਣ ਕਹਿੰਦੇ ਆ, ਕਿਉਂਕਿ ਮੋਹ ਸੀਗਾ। ਪਰ ਜਿਹੜਾ ਸੱਚਾ ਪ੍ਰੇਮ ਹੁੰਦਾ ਗੁਰੂ ਦੇ ਸਿੱਖ ਦਾ, ਉਹ ਵੱਧਦਾ ਹੈ, ਉਹ ਘਟਦਾ ਨਹੀਂ। ਉਹ ਰੋਜ਼ ਜਿਉਂ-ਜਿਉਂ ਟਾਈਮ ਲੰਘੀ ਜਾਂਦਾ, ਗੁਰਸਿੱਖਾਂ ਦੀ ਗੁਰੂ ਨਾਲ ਪ੍ਰੀਤ ਹੋਰ ਗੂੜੀ ਹੋਈ ਜਾਂਦੀ ਹੈ। ਭਾਈ ਸਾਈਂ ਦਾਸ ਜੀ ਦੇ ਨਾਲ ਸਤਿਗੁਰੂ 6ਵੇਂ ਪਾਤਸ਼ਾਹ ਦਾ ਪ੍ਰੇਮ ਤੇ ਬੀਬੀ ਰਾਮੋ ਦਾ ਗੁਰੂ ਸਾਹਿਬ ਜੀ ਪ੍ਰਤੀ ਪ੍ਰੇਮ,
ਉਹ ਦਿਨੋਂ ਦਿਨ ਵੱਧਦਾ ਗਿਆ। ਇੰਨਾ ਸਮਾਂ ਹੋ ਗਿਆ, ਰਿਸ਼ਤਾ ਵੀ ਬੜਾ ਨਜ਼ਦੀਕ ਦਾ ਸੀ। ਬੀਬੀ ਰਾਮੋ ਵੱਡੀ ਸਾਲੀ ਸੀ ਸਤਿਗੁਰੂ ਛੇਵੇਂ ਪਾਤਸ਼ਾਹ ਦੀ, ਅਤੇ ਸਾਈਂ ਦਾਸ ਸਾਂਢੂ ਸੀਗਾ। ਪਰ ਇਹ ਆਪਣੇ ਆਪ ਨੂੰ ਮਹਾਰਾਜ ਦੇ ਨਿਮਾਣੇ ਸੇਵਕ ਹੀ ਸਮਝਦੇ ਸਨ। ਇਹ ਨਹੀਂ ਸੀ ਵੀ ਅਸੀਂ ਦੁਨਿਆਵੀ ਰਿਸ਼ਤੇ ਨਾਲ ਗੁਰੂ ਨੂੰ ਦੇਖਣਾ। ਕਹਿੰਦੇ ਸੀ ਅਸੀਂ ਗੁਰੂ ਦੇ ਚਰਨਾਂ ਦੀ ਧੂੜ ਹਾਂ ਅਤੇ ਗੁਰੂ ਹਰਗੋਬਿੰਦ ਸਾਹਿਬ ਸਾਡੇ ਈਸ਼ਵਰ ਹਨ, ਸਾਡੇ ਪਰਮੇਸ਼ਰ ਹਨ। ਐਸੀ ਭਾਵਨਾ ਰੱਖਦੇ ਸਨ। ਅੱਜ ਦੋਵੇਂ ਚਲਾਣਾ ਕਰ ਗਏ ਨੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵਿਧੀ ਚੰਦ, ਸਾਨੂੰ ਭਾਈ ਸਾਈਂ ਦਾਸ ਅਤੇ ਬੀਬੀ ਰਾਮੋ ਦਾ ਪਿਆਰ ਮੁੜ ਮੁੜ ਚੇਤੇ ਆਉਂਦਾ ਹੈ। ਉਹਨਾਂ ਦੀ ਸ਼ਰਧਾ, ਉਹਨਾਂ ਦੀ ਸੇਵਾ ਚੇਤੇ ਆਉਂਦੀ ਹੈ। ਭੋਰ ਹੋਤ ਹੀ ਕਰੀਏ ਹੈ ਤਿਆਰੀ। ਵਿਧੀ ਚੰਦ ਸਵੇਰੇ ਕੱਲ੍ਹ ਆਪਾਂ ਚੱਲਣਾ, ਡਰੌਲੀ ਨਹੀਂ ਰਹਿਣਾ। ਹੁਣ ਇੱਥੇ ਮਨ ਨਹੀਂ ਲੱਗਦਾ, ਇੱਥੋਂ ਤਿਆਰੀ ਕਰ ਲੈ ਸਵੇਰੇ। ਅਸਮਨ ਸਾ ਅਬ ਅਹਿ ਹਮਾਰੀ। ਸਾਡੀ ਇੱਛਾ ਹੈ ਵੀ ਹੁਣ ਇੱਥੋਂ ਚੱਲੀਏ। ਸੁਣ ਵਿਧੀਏ ਕਰ ਜੋਰ ਉਚਾਰਾ। ਭਾਈ ਵਿਧੀ ਚੰਦ ਜੀ ਸਤਿਗੁਰਾਂ ਦੇ ਬਚਨ ਸੁਣ ਕੇ ਹੱਥ ਜੋੜ ਕੇ ਕਹਿਣ ਲੱਗੇ, ਕਿਉਂਕਿ ਅੱਜ ਦੀ ਰਾਤ ਜਿਹੜੀ ਸੀ ਨਾ, ਇਸ ਡਰੌਲੀ ਵਿੱਚ ਸਤਿਗੁਰਾਂ ਨੂੰ ਸਾਰਿਆਂ ਤੋਂ ਇਕੱਲੇ ਕੱਟਣੀ ਪਈ। ਠੀਕ ਹੈ ਵੀ ਭਾਈ ਵਿਧੀ ਚੰਦ ਵਰਗੇ ਸਿੱਖ ਨਾਲ ਸਨ, ਫੌਜਾਂ ਨਾਲ ਸਨ, ਪਰ ਭਾਈ ਸਾਈਂ ਦਾਸ ਅਤੇ ਬੀਬੀ ਰਾਮੋ, ਮਾਤਾ ਦਮੋਦਰੀ, ਬਾਬਾ ਨਰੈਣ ਦਾਸ ਜੀ, ਮਾਤਾ ਦਇਆ ਕੌਰ ਜੀ, 5 ਮੌਤਾਂ ਇਕੱਠੀਆਂ ਹੀ ਸਮਝੋ ਹਫਤੇ 'ਚ ਹੋ ਗਈਆਂ ਸਨ। ਉਹਨਾਂ ਦੇ ਕਰਕੇ ਘਰ ਖਾਲੀ ਹੋ ਗਿਆ ਸੀ। ਫਿਰ ਗੁਰੂ ਸਾਹਿਬ ਨੇ ਆਪਣਾ ਪਰਿਵਾਰ, ਆਪਣੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਅਤੇ ਬਾਬਾ ਤੇਗ ਬਹਾਦਰ ਜੀ, ਆਪਣੀ ਧਰਮ ਪਤਨੀ ਮਾਤਾ ਨਾਨਕੀ ਜੀ, ਮਾਤਾ ਮਾਂ ਦੇਵੀ ਜੀ, ਆਪਣੇ ਪੋਤਰੇ ਬਾਬਾ ਧੀਰਮਲ ਜੀ, ਬਾਬਾ ਹਰ ਰਾਏ ਜੀ, ਇਹਨਾਂ ਨੂੰ ਕਰਤਾਰਪੁਰ ਭੇਜ ਦਿੱਤਾ ਸੀ। ਇਸ ਕਰਕੇ ਹੁਣ ਕਹਿੰਦੇ ਵੀ ਸਵੇਰੇ ਆਪਾਂ ਵੀ ਚਲੇ ਜਾਣਾ, ਆਪਾਂ ਹੁਣ ਇੱਥੇ ਨਹੀਂ ਰਹਿਣਾ। ਹਾਂਜੀ, ਦ੍ਰਿਸ਼ਟ ਪਰਤ ਇਹ ਧੁੰਦ ਪਸਾਰਾ। ਹਾਂ, ਭਾਈ ਵਿਧੀ ਚੰਦ ਕਹਿੰਦੇ ਸੱਚੇ ਪਾਤਸ਼ਾਹ, ਇਹ ਧੁੰਦ ਪਸਾਰਾ ਹੀ ਹੈ ਸਾਰਾ। ਇਹ ਦੁਨੀਆ ਜਿਹੜੀ ਹੈ ਨਾ, ਇਹ ਧੁੰਦੂਕਾਰ ਹੈ, ਇਹਦੇ 'ਚ ਕੱਖ ਨਹੀਂ, ਕੁਛ ਨਹੀਂ ਮਿਲਦਾ। ਹਾਂਜੀ, ਕਾਲ ਬਾਇਓ ਕੇ ਵੇਗ ਬਹੰਤੇ। ਕਾਲ ਜਿਹੜਾ ਹੈ ਨਾ, ਹਵਾ ਦੇ ਵੇਗ ਨਾਲ ਚੱਲ ਰਿਹਾ, ਉਡਾਈ ਜਾਂਦਾ ਪੱਤਿਆਂ ਨੂੰ। ਆਹ ਜੀਵ ਤੇ ਪੱਤੇ ਹੀ ਨੇ ਵਿਚਾਰੇ, ਸੁੱਕੇ ਪੱਤੇ ਝੜ ਜਾਂਦੇ, ਹਵਾ ਨਾਲ ਉੱਡ ਜਾਂਦੇ ਆ। ਹਾਂਜੀ, ਛਿਨ ਮਹਿ ਬਿਨਾ ਧੀਰ ਬਿਨ ਸੰਤੇ। ਔਰ ਛਿਨ ਦੇ ਵਿੱਚ ਹੀ ਅੱਖ ਨਹੀਂ ਫਰਕਦੀ, ਬੰਦਾ ਹੋ ਗਿਆ ਤੇ ਪਿੱਛੋਂ ਗੱਲਾਂ ਰਹਿ ਜਾਂਦੀਆਂ। ਅਜੇ ਪਿਛਲੇ ਹਫਤੇ ਮੈਨੂੰ ਮਿਲਿਆ ਸੀ, ਠੀਕ ਸੀਗਾ। ਕੱਲ੍ਹ ਮੈਨੂੰ ਮਿਲਿਆ ਸੀ, ਬੜਾ ਵਧੀਆ ਹੱਸਦਾ ਖੇਡਦਾ ਮਿਲਿਆ ਸੀਗਾ। ਹਾਂ, ਅਤੇ ਫਿਰ ਸਾਧ ਸੰਗਤ ਜੀ ਬਸ ਪਿੱਛੋਂ ਯਾਦਾਂ ਹੀ ਰਹਿ ਜਾਂਦੀਆਂ। ਇਹ ਦੁਨੀਆ ਇਹੋ ਜਿਹੀ ਹੈ, ਕੋਈ ਵੀ ਸਦਾ ਨਹੀਂ ਰਿਹਾ। ਕੋਈ ਘਰ ਇਹੋ ਜਿਹਾ ਨਹੀਂ ਜਿੱਥੇ ਮੌਤ ਨਾ ਹੋਈ ਹੋਵੇ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣਹਾਰਾ ਸਿਮਰੀਐ, ਨਾਨਕ ਸੇ ਦੇਵਨ। ਭਾਈ ਵਿਧੀ ਚੰਦ ਕਹਿੰਦੇ ਸੱਚੇ ਪਾਤਸ਼ਾਹ, ਇਹੋ ਜਿਹੀ ਹਨੇਰੀ ਚੱਲਦੀ ਹੈ, ਸੁੱਕੇ ਪੱਤਿਆਂ ਦੀ ਤਰ੍ਹਾਂ ਜੀਵਾਂ ਨੂੰ ਉਡਾਈ ਜਾਂਦੀ ਹੈ। ਜਿਨ ਪਰ ਕਰਨਾ ਇਹ ਤੁਮਾਰੀ। ਬਸ ਜਿਨ੍ਹਾਂ ਉੱਤੇ ਸਤਿਗੁਰੂ ਜੀ ਤੁਹਾਡੀ ਕਿਰਪਾ ਹੋਵੇ, ਤੁਹਾਡੀ ਬਖਸ਼ਿਸ਼ ਹੋਵੇ। ਲਾਭ ਲੇਤ ਜਪ ਨਾਮ ਮਰਾਰੀ। ਉਹ ਇਸ ਦੁਨੀਆ ਵਿੱਚ ਨਾਮ ਦਾ ਲਾਹਾ ਲੈ ਲੈਂਦੇ ਨੇ, ਉਹ ਵਾਹਿਗੁਰੂ ਵਾਹਿਗੁਰੂ ਜਪ ਲੈਂਦੇ ਨੇ। ਬਾਕੀ ਇਸ ਦੁਨੀਆ 'ਚ ਕੋਈ ਖੱਟੀ ਕਮਾਈ ਕੋਈ ਨਹੀਂ, ਇੱਕੋ ਹੀ ਹੈ। ਜੇ ਭਾਈ ਵਾਹਿਗੁਰੂ 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 ਕਰ ਲਓ, ਬਸ। ਹੋਰ ਇਸ ਦੁਨੀਆ 'ਤੇ ਆਏ ਦਾ ਕੱਖ ਨਹੀਂ ਫਾਇਦਾ, ਕੋਈ ਵੀ ਨਹੀਂ। ਕਰੋੜਾਂ ਰੁਪਈਆ ਜੋੜ ਲਓ, ਅਰਬਾਂ ਜੋੜ ਲਓ, ਕੱਖ ਨਹੀਂ ਉਹਦੀ ਕੋਈ ਵੈਲਿਊ। ਕੋਠੀਆਂ ਕਾਰਾਂ ਜਿੰਨੀਆਂ ਮਰਜ਼ੀ, ਕਾਰੋਬਾਰ ਜਿਹੜੇ ਮਰਜ਼ੀ ਬਣਾ ਲਓ, ਕੱਖ ਨਹੀਂ ਨਾਲ ਜਾਣਾ। ਸਭ ਧੁੰਦ ਪਸਾਰਾ ਹੀ ਹੈ। ਬਸ ਜਿਹਨੇ ਦੁਨੀਆ ਦੇ 'ਚ ਆ ਕੇ ਗੁਰੂ ਨਾਨਕ ਦੀ ਕਿਰਪਾ ਹੋਈ, ਕੋਈ ਮਾਲਾ ਫੇਰ ਲਈ, ਕੋਈ ਵਾਹਿਗੁਰੂ ਵਾਹਿਗੁਰੂ ਆਖ ਲਿਆ, ਉਹਦੇ ਨਾਲ ਜਾਏਗਾ, ਅਤੇ ਬਾਕੀ ਸਾਰਾ ਕੁਝ ਧੁੰਦ ਪਸਾਰਾ ਇੱਥੇ ਹੀ ਰਹਿ ਜਾਏਗਾ। ਨਹੀਂ ਤਾਂ ਹੱਥ ਝਾੜ ਗਮਨੰਤੇ। ਨਹੀਂ ਤਾਂ ਜਿਹੋ ਜਿਹਾ ਖਾਲੀ ਹੱਥ ਬੰਦਾ ਆਉਂਦਾ, ਖਾਲੀ ਹੱਥ ਝਾੜ ਕੇ ਚਲਾ ਜਾਂਦਾ, ਅਤੇ ਕੁਛ ਵੀ ਬੰਦੇ ਦੇ ਨਾਲ ਨਹੀਂ ਜਾਂਦਾ। ਚੱਲੇ ਜਾਤ ਥਿਰ ਹੋਇ ਨਾ ਰਹੰਤੇ। ਅਤੇ ਜਾਣਾ ਵੀ ਸਾਰਿਆਂ ਨੇ, ਕੋਈ ਵੀ ਨਹੀਂ ਟਿਕਿਆ, ਕੋਈ ਵੀ ਨਹੀਂ ਰਿਹਾ। ਸੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਅੱਜ ਜਿੱਥੇ ਅਸੀਂ ਬੈਠੇ ਹਾਂ,
ਲੱਖਾਂ ਕਰੋੜਾਂ ਅਰਬਾਂ ਖਰਬਾਂ ਲੋਕ ਇਸ ਧਰਤੀ ਤੇ ਬਹਿ ਕੇ ਪਹਿਲਾਂ ਚਲੇ ਗਏ ਨੇ, ਚਲੇ ਅਸੀਂ ਵੀ ਜਾਣਾ ਹੀ ਹੈ। ਪ੍ਰਾਤ ਹੋਤ ਕੀਜਹਿ ਅਸਵਾਰੀ। ਠੀਕ ਹੈ ਸਤਿਗੁਰੂ ਜੀ, ਕੱਲ੍ਹ ਨੂੰ ਸਵੇਰੇ ਆਪਾਂ ਤਿਆਰੀ ਕਰ ਲਾਂਗੇ ਤੇ ਡਰੌਲੀਓਂ ਚੱਲ ਪਵਾਂਗੇ। ਵਿਚਰਹੁ ਇੱਛਾ ਜਹਾਂ ਤੁਮਾਰੀ। ਜਿੱਥੇ ਗੁਰੂ ਜੀ ਤੁਹਾਡੀ ਇੱਛਾ ਹੋਵੇਗੀ ਉਧਰ ਚੱਲਾਂਗੇ। ਜਿਨਕੇ ਪ੍ਰੇਮ ਕਰੇ ਖਿਚ ਆਵਤ। ਮਹਾਰਾਜ ਜਿਨ੍ਹਾਂ ਦੇ ਪਿਆਰ ਵਿੱਚ ਆਪਾਂ ਆਉਂਦੇ ਸੀ ਡਰੌਲੀ ਪਿੰਡ, ਭਾਈ ਸਾਈਂ ਦਾਸ ਤੇ ਬੀਬੀ ਰਾਮੋ, ਉਹ ਤੇ ਹੁਣ ਨਜ਼ਰੀ ਨਹੀਂ ਪੈਂਦੇ, ਉਹ ਤੇ ਚਲਾਣਾ ਕਰ ਗਏ ਨੇ। ਹੁਣ ਫਿਰ ਡਰੌਲੀ 'ਚ ਸਾਡਾ ਕੌਣ ਹੈ? ਸੋ ਦੰਪਤ ਅਬ ਨਹੀਂ ਦਿਸਾਵਤ। ਉਹ ਭਾਗਾਂ ਵਾਲੀ ਜੋੜੀ, ਗੁਰਸਿੱਖ ਜੋੜੀ, ਭਾਈ ਸਾਈਂ ਦਾਸ ਜੀ ਤੇ ਬੀਬੀ ਰਾਮੋ ਜੀ ਤਾਂ ਹੁਣ ਦਿਸਦੇ ਨਹੀਂ। ਹੁਣ ਇਸ ਡਰੌਲੀ ਵਿੱਚ ਅਸੀਂ ਕੀ ਕਰਨਾ ਹੈ? ਇਮ ਕਹਿ ਖਾਨ ਪਾਨ ਕੁਛ ਕੀਨੋ। ਇਸ ਤਰ੍ਹਾਂ ਕਹਿ ਕੇ ਕੁਝ ਲੰਗਰ ਪ੍ਰਸ਼ਾਦਾ ਤਿਆਰ ਹੋਇਆ। ਗੁਰੂ ਸਾਹਿਬ ਜੀ ਦਾ ਤੇ ਭਾਈ ਬਿਧੀ ਚੰਦ ਜੀ ਦਾ ਮਨ ਨਹੀਂ ਸੀ ਕਰਦਾ, ਪਰ ਇੱਕ ਦੋ ਪ੍ਰਸ਼ਾਦੇ ਛਕੇ ਹਨ। ਰਹਿ ਉਦਾਸ ਬਿਸਰਾਮ ਸੋ ਕੀਨੋ। ਮਹਾਰਾਜ ਤੇ ਭਾਈ ਬਿਧੀ ਚੰਦ ਜੀ ਨੇੜੇ ਨੇੜੇ ਆਸਣ ਲਾ ਕੇ ਮਹਾਰਾਜ ਪਲੰਘੇ ਤੇ ਪੈ ਗਏ ਤੇ ਭਾਈ ਬਿਧੀ ਚੰਦ ਜੀ ਜ਼ਮੀਨ ਤੇ ਸਤਿਗੁਰਾਂ ਦੇ ਕੋਲ ਹੀ ਥੱਲੇ ਚਾਦਰ ਵਿਛਾ ਕੇ ਸੌਂ ਗਏ। ਪਰ ਸਤਿਗੁਰੂ ਜੀ ਦਾ ਤੇ ਭਾਈ ਬਿਧੀ ਚੰਦ ਜੀ ਦਾ ਤੇ ਸਾਰੇ ਹੀ ਨਿਕਟ ਵਰਤੀਆਂ ਦਾ ਮਨ ਕੁਝ ਉਦਾਸ ਸੀਗਾ। ਪ੍ਰਾਤ ਹੋਤ ਹੀ ਬੱਜੇ ਨਗਾਰੇ। ਸਵੇਰੇ ਹੀ ਨਗਾਰੇ ਦੇ ਚੋਭਾਂ ਲੱਗ ਗਈਆਂ, ਚਾਲੇ ਦਾ ਨਗਾਰਾ ਵੱਜ ਗਿਆ ਵੀ ਸਾਰਾ ਦਲ ਸਿੱਖਾਂ ਦਾ ਇੱਥੋਂ ਡਰੌਲੀ ਤੋਂ ਤਿਆਰ ਹੋ ਜਾਓ, ਘੋੜਿਆਂ ਤੇ ਕਾਠੀਆਂ ਪਾ ਲਓ, ਛੇਵੇਂ ਪਾਤਸ਼ਾਹ ਮਹਾਰਾਜ ਇੱਥੋਂ ਚਾਲਾ ਪਾਣਗੇ। ਜਾਗੇ ਜੋਧਾ ਬਲੀ ਕਰਾਰੇ। ਬੜੇ ਬੜੇ ਸੂਰਮੇ ਸਿੱਖ, ਗੁਰੂ ਕੇ ਯੋਧੇ, ਜੰਗੀ ਜਰਨੈਲ ਅੰਮ੍ਰਿਤ ਵੇਲੇ ਉੱਠੇ ਹਨ। ਸੋਚ ਇਸ਼ਨਾਨ ਸੀਗਰ ਸਭ ਕੀਨ। ਸਭ ਨੇ ਸੋਚ ਇਸ਼ਨਾਨ ਕੀਤਾ ਹੈ, ਤਿਆਰੀ ਕੀਤੀ, ਦਸਤਾਰੇ ਸਜਾਏ ਨੇ, ਕੰਘੇ ਕੀਤੇ ਨੇ, ਡਾਰੇ ਸਰਬ ਤੁਰੰਗਮ ਜੀਨ। ਤੇ ਆਪਣੇ ਘੋੜਿਆਂ ਤੇ ਕਾਠੀਆਂ ਪਾ ਲਈਆਂ ਨੇ। ਸਾਰਿਆਂ ਨੇ ਆਪਣੇ ਆਪਣੇ ਘੋੜੇ ਕੱਸ ਲਏ ਨੇ। ਸ੍ਰੀ ਹਰਗੋਬਿੰਦ ਰਹਿਤ ਲੜਾਈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਤੇ ਜੰਗ ਨੂੰ ਚੱਲੇ ਨੇ। ਇਉਂ ਸਿੱਖ ਸੋਚਦੇ ਨੇ ਵੀ ਹੁਣ ਸਤਿਗੁਰੂ ਜੀ ਨੇ ਜੰਗ ਲੜਨਾ ਹੈ ਤੇ ਉਸੇ ਉਹਦੀ ਤਿਆਰੀ ਕਰੀਏ। ਹੁਣ ਆਪਾਂ ਸਿੱਖ ਜਿਹੜੇ ਨੇ ਆਪਣੇ ਸਰੀਰ ਦੀਆਂ ਮਾਲਿਸ਼ਾਂ ਕਰਨ ਲੱਗ ਪਏ, ਘੋੜਿਆਂ ਨੂੰ ਮਾਲਿਸ਼ਾਂ ਕਰਨ ਲੱਗ ਪਏ। ਆਪਣੀ ਜਿਹੜੀ ਵਰਜਿਸ਼ ਸੀਗੀ, ਪ੍ਰੈਕਟਿਸ ਸੀ ਨਾ ਜੰਗ ਦੀ, ਅੱਗੇ ਨਾਲੋਂ ਡਬਲ ਕਰ ਦਿੱਤੀ। ਵੈਸੇ ਤਾਂ ਸਿੱਖ ਰੋਜ਼ ਹੀ ਪ੍ਰੈਕਟਿਸ ਕਰਦੇ ਸੀ, ਸ਼ਿਕਾਰ ਖੇਡਣ ਜਾਣਾ, ਘੋੜੇ ਦੌੜਾਣੇ, ਨੇਜਾਬਾਜੀ, ਤੀਰ ਅੰਦਾਜ਼ੀ, ਗੋਲੀ ਦਾ ਨਿਸ਼ਾਨਾ ਲਾਉਣਾ, ਢਾਲ ਤਲਵਾਰ ਨਾਲ ਗੱਤਕਾ ਖੇਡਣਾ, ਉਹਦਾ ਰੋਜ਼ ਕਰਦੇ ਸੀ। ਪਰ ਹੁਣ ਗੁਰੂ ਸਾਹਿਬ ਦਾ ਇਰਾਦਾ ਲੱਗਦਾ ਜੰਗ ਦਾ। ਇਸ ਕਰਕੇ ਸਿੱਖਾਂ ਨੇ ਆਪਣੀ ਜਿਹੜੀ ਸਰੀਰਕ ਕਸਰਤ ਹੈ, ਆਪਣੀ ਜਿਹੜੀ ਸਰੀਰ ਦੀ ਪ੍ਰੈਕਟਿਸ ਹੈ, ਉਹ ਦੁੱਗਣੀ ਚੌਗਣੀ ਕਰ ਦਿੱਤੀ ਹੈ। ਵਸਤਰ ਸ਼ਸਤਰ ਪਹਿਰੇ ਸਮੁਦਾਈ। ਸਾਰਿਆਂ ਨੇ ਦੋ ਦੋ ਬੰਦੂਕਾਂ ਚੁੱਕ ਲਈਆਂ, ਤੀਰ ਕਮਾਨ, ਢਾਲਾਂ, ਤਲਵਾਰਾਂ ਸਾਰਿਆਂ ਨੇ ਪਹਿਨ ਲਈਆਂ। ਉਹ ਕਹਿੰਦੇ ਕੋਈ ਪਤਾ ਨਹੀਂ ਜੰਗ ਕਿਹੜੇ ਵੇਲੇ ਹੋ ਜਾਵੇ, ਫੌਜ ਨੂੰ ਤਾਂ ਤਿਆਰ ਬਰ ਤਿਆਰ ਹੀ ਰਹਿਣਾ ਚਾਹੀਦਾ। ਸੋ ਗੁਰੂ ਸਾਹਿਬ ਦੀਆਂ ਫੌਜਾਂ ਨੇ ਆਪਣੇ ਸ਼ਸਤਰ ਬਸਤਰ ਕੱਸ ਲਏ ਨੇ। ਪੁਰਜਨ ਲਖੇ ਕੂਚ ਗੁਰ ਡੇਰੇ। ਡਰੌਲੀ ਪਿੰਡ ਦੀਆਂ ਸੰਗਤਾਂ ਨੇ ਵੇਖਿਆ ਵੀ ਅੱਜ ਗੁਰੂ ਸਾਹਿਬ ਜੀ ਡੇਰਾ ਕੂਚ ਕਰਕੇ ਕਿਤੇ ਹੋਰ ਜਾ ਰਹੇ ਨੇ। ਪਿੰਡ ਵਾਲੇ ਵੀ ਉਦਾਸ ਹੋ ਗਏ। ਚਲ ਆਏ ਮਨ ਦੀਨ ਕਨੇਰੇ। ਉਦਾਸ ਹੋ ਕੇ ਪਿੰਡ ਡਰੌਲੀ ਦੀਆਂ ਸੰਗਤਾਂ, ਪਿੰਡ ਦੀ ਪੰਚਾਇਤ, ਪਿੰਡ ਦੇ ਨੰਬਰਦਾਰ, ਚੌਧਰੀ, ਮੁਖੀਏ, ਸਾਰੇ ਸਿੱਖ ਗੁਰੂ ਛੇਵੇਂ ਪਾਤਸ਼ਾਹ ਦੇ ਕੋਲ ਆਏ। ਹੱਥ ਜੋੜ ਕਰ ਸਭਿਨ ਕਹਿਓ। ਹੱਥ ਜੋੜ ਕੇ ਸਾਰਿਆਂ ਨੇ ਬੇਨਤੀ ਕੀਤੀ, ਸਾਈਂ ਦਾਸ ਪਰਮ ਪਦ ਲਹਿਓ। ਸੱਚੇ ਪਾਤਸ਼ਾਹ ਜੀ, ਧੰਨ ਸਨ ਭਾਈ ਸਾਈਂ ਦਾਸ ਜੀ, ਜਿਨ੍ਹਾਂ ਕਰਕੇ ਸਾਨੂੰ ਤੁਹਾਡੇ ਦਰਸ਼ਨ ਹੋਏ। ਸਾਈਂ ਦਾਸ ਤੁਹਾਡਾ ਪ੍ਰੇਮੀ ਸਿੱਖ ਸੀ, ਤੁਸੀਂ ਉਹਨੂੰ ਦਰਸ਼ਨ ਦੇਣ ਆਉਂਦੇ ਸੀ, ਉਹਦੇ ਬਹਾਨੇ ਸਾਨੂੰ ਵੀ ਦਰਸ਼ਨ ਹੋ ਗਏ, ਸਾਨੂੰ ਵੀ ਸਿੱਖੀ ਪ੍ਰਾਪਤ ਹੋ ਗਈ। ਪਰ ਆ ਭਾਈ ਸਾਈਂ ਦਾਸ ਜਿੱਥੇ ਤੁਹਾਨੂੰ ਵਿਛੋੜਾ ਦੇ ਗਏ ਨੇ, ਸਾਨੂੰ ਵੀ ਦੇ ਗਏ ਨੇ। ਤੁਹਾਡੇ ਤਾਂ ਸਿੱਖ ਸਨ, ਤੁਹਾਡੇ ਤਾਂ ਨਿਕਟਵਰਤੀ ਸਨ, ਬਹੁਤ ਪ੍ਰੇਮੀ ਸਨ, ਪਰ ਸਾਡੇ ਵੀ ਪਿੰਡ ਵਿੱਚ ਉਹ ਮੁਖੀ ਸਨ, ਗੁਰੂ ਕੇ ਸਿੱਖਾਂ 'ਚੋਂ ਸਭ ਤੋਂ ਸ਼੍ਰੋਮਣੀ ਸਨ ਉਹ, ਤੇ ਉਹਨਾਂ ਦਾ ਘਾਟਾ ਸਾਨੂੰ ਵੀ ਬਹੁਤ ਮਹਿਸੂਸ ਹੋ ਰਿਹਾ ਹੈ। ਅਬ ਤੁਮ ਛੱਡੇ ਛੋੜਪੁਰ ਜਨ ਕੋ। ਜੇ ਸਾਈਂ ਦਾਸ ਜੀ ਚਲੇ ਗਏ ਨੇ ਮਹਾਰਾਜ, ਅਸੀਂ ਤਾਂ ਪਿੰਡ 'ਚ ਰਹਿੰਦੇ ਹਾਂ, ਤੁਸੀਂ ਸਾਨੂੰ ਵੀ ਛੱਡ ਕੇ ਚੱਲੇ ਹੋ,
ਸਾਡਾ ਕੀ ਬਣੇਗਾ ਸਤਿਗੁਰੂ ਜੀ? ਮਹਾਰਾਜ ਕੋ ਰਖਿਅਕ ਇਨਕੋ। ਆਹ ਪਿੰਡ ਵਾਲਿਆਂ ਦਾ ਕੌਣ ਰਾਖਾ ਹੈ? ਇਹ ਪਿੰਡ ਤੁਹਾਡਾ ਹੈ ਗੁਰੂ ਜੀ, ਡਰੌਲੀ। ਇੱਥੋਂ ਨਾ ਜਾਓ, ਸਾਡੇ ਕੋਲ ਰਹੋ, ਸਾਨੂੰ ਆਪਣੇ ਚਰਨਾਂ ਦੀ ਸੇਵਾ ਬਖਸ਼ੋ। ਨਿਕਟ ਕੌਣ ਕੇ ਬਿਨੈ ਉਚਾਰੈ। ਸੱਚੇ ਪਾਤਸ਼ਾਹ, ਹੁਣ ਤੁਹਾਡੇ ਤੋਂ ਬਿਨਾਂ ਆਪਣਾ ਦਰਦ ਦੁੱਖ ਕਿਹਦੇ ਕੋਲ ਰੋਵਾਂਗੇ, ਕਿਹਦੇ ਕੋਲ ਬੇਨਤੀ ਕਰਾਂਗੇ? ਜਾਂ ਤੇ ਮਨ ਸਚਿੰਤ ਦੁਖ ਧਾਰੈ। ਇਸ ਕਰਕੇ ਮਨ ਬੜਾ ਚਿੰਤਤ ਹੈ, ਦੁਖੀ ਹਾਂ ਬੜੇ, ਵੀ ਸਾਨੂੰ ਸਾਡੇ ਸਤਿਗੁਰੂ ਛੱਡ ਕੇ ਜਾ ਰਹੇ ਨੇ। ਦਇਆ ਸਿੰਧ ਤਬ ਧੀਰਜ ਦੀਨਾ। ਦਇਆ ਦੇ ਸਮੁੰਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਿੰਡ ਵਾਲਿਆਂ ਨੂੰ ਹੌਸਲਾ ਦਿੱਤਾ। ਬਸੋ ਸੁਖੇਨ ਸੰਦੇਹ ਬਹੀਨਾ। ਮਹਾਰਾਜ ਕਹਿੰਦੇ, ਭਾਈ ਗੁਰਸਿੱਖੋ, ਇਹ ਡਰੌਲੀ ਪਿੰਡ ਜੁਗਾਂ ਤਾਈਂ ਵਸੇਗਾ, ਤੁਸੀਂ ਇੱਥੇ ਸੁਖੀ ਵਸੋਗੇ ਤੇ ਗੁਰੂ ਦੀ ਕਿਰਪਾ ਰਹੇਗੀ। ਸਾਡਾ ਇਹ ਇਤਿਹਾਸਕ ਪਿੰਡ ਹੈ, ਇੱਥੇ ਬੜੇ ਬੜੇ ਗੁਰਸਿੱਖ ਨਾਮ ਰਸੀਏ ਰਹਿਣਗੇ ਤੇ ਇਸੇ ਤਰ੍ਹਾਂ ਹੀ ਗੁਰੂ ਦੇ ਲੰਗਰ ਵੀ ਚੱਲਦੇ ਰਹਿਣਗੇ, ਜੋੜ ਮੇਲੇ ਵੀ ਲੱਗਦੇ ਰਹਿਣਗੇ। ਸਾਡੀਆਂ ਇਤਿਹਾਸਕ ਯਾਦਾਂ ਦੇ ਇੱਥੇ ਆ ਕੇ ਸੰਗਤਾਂ ਦਰਸ਼ਨ ਕਰਿਆ ਕਰਨਗੀਆਂ। ਸ੍ਰੀ ਗੁਰੂ ਦਿੱਤਾ ਜਨਮ ਸਥਾਨ। ਕਿਉਂਕਿ ਸਾਡੇ ਸਾਹਿਬਜ਼ਾਦੇ ਬਾਬੇ ਗੁਰਦਿੱਤੇ ਦਾ ਜਨਮ ਸਥਾਨ ਹੈ ਇਹ। ਇਸ ਕਰਕੇ ਵੀ ਸੰਗਤਾਂ ਆਉਣਗੀਆਂ ਵੀ ਬਾਬੇ ਗੁਰਦਿੱਤੇ ਦਾ ਜਨਮ ਸਥਾਨ ਵੇਖ ਕੇ ਆਈਏ। ਕਦੀ ਮੋਗੇ ਜਾਓ ਨਾ ਸਾਧ ਸੰਗਤ ਜੀ, 5-7 ਕਿਲੋਮੀਟਰ ਹੀ ਹੈ ਡਰੌਲੀ ਪਿੰਡ, ਜ਼ਰੂਰ ਜਾਇਆ ਜੀ। ਉੱਥੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਕਸ਼ਹਿਰੇ ਬਸਤਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਸਰੂਪ ਜਿਹੜਾ ਦੀਵਾਨ ਆਨੰਦ ਚੰਦ ਜੀ ਲੈ ਕੇ ਅਨੰਦਪੁਰ ਸਾਹਿਬ ਤੋਂ ਭੱਜ ਗਏ ਸਨ, ਉਹ ਵੀ ਉੱਥੇ ਸਾਂਭਿਆ ਹੋਇਆ ਹੈ। ਹੋਰ ਵੀ ਬੜੀਆਂ ਵਸਤੂਆਂ ਉੱਥੇ ਗੁਰੂ ਸਾਹਿਬ ਦੀਆਂ ਯਾਦਗਾਰਾਂ ਦੇ ਦਰਸ਼ਨ ਹੁੰਦੇ। ਜਿਹੜਾ ਘਰ ਭਾਈ ਸਾਈਂ ਦਾਸ ਨੇ ਬਣਾਇਆ ਸੀ ਗੁਰੂ ਸਾਹਿਬ ਦੇ ਵਾਸਤੇ, ਔਰ ਉਹਦੇ 'ਚ ਮਹਾਰਾਜ ਦੇ ਚਰਨ ਪਵਾ ਕੇ ਮਹਾਰਾਜ ਦਾ ਪਰਿਵਾਰ ਉੱਥੇ ਰੱਖਿਆ ਸੀ। ਭਾਵੇਂ ਉਹ ਸਾਰਾ ਤਾਂ ਨਹੀਂ, ਪਰ ਇੱਕ ਕਮਰਾ ਅਜੇ ਵੀ ਸੰਗਤਾਂ ਨੇ ਸਾਂਭ ਕੇ ਰੱਖਿਆ ਹੋਇਆ, ਢਾਣ ਨਹੀਂ ਦਿੱਤਾ ਕਾਰ ਸੇਵਾ ਵਾਲਿਆਂ ਨੂੰ। ਉੱਤੇ ਗੁਰਦੁਆਰਾ ਬਣਾ ਦਿੱਤਾ, ਥੱਲੇ ਉਹ ਗੁਰੂ ਘਰ ਜਿਹੜਾ ਉਹ ਮਹਾਰਾਜ ਦਾ ਕਮਰਾ ਛੇਵੇਂ ਪਾਤਸ਼ਾਹ ਦਾ ਵੱਡੀਆਂ ਸ਼ਤੀਰੀਆਂ ਵਾਲਾ, ਲੱਕੜ ਦੇ ਬਾਲਿਆਂ ਵਾਲਾ ਅਜੇ ਵੀ ਮੌਜੂਦ ਹੈ। ਸੋ ਇਸ ਤਰ੍ਹਾਂ ਡਰੌਲੀ ਪਿੰਡ ਮਹਾਰਾਜ ਕਹਿੰਦੇ ਇੱਥੇ ਸੰਗਤਾਂ ਰਹਿਣਗੀਆਂ, ਕਥਾ ਕੀਰਤਨ ਹੋਵੇਗਾ ਤੇ ਗੁਰੂ ਕੇ ਪਿਆਰੇ ਦਰਸ਼ਨ ਕਰਨ ਆਇਆ ਕਰਨਗੇ। ਤਹਿ ਪੂਜੋ ਸਰਦਾ ਧਰ ਮਾਨ। ਮਹਾਰਾਜ ਕਹਿੰਦੇ ਸ਼ਰਧਾ ਨਾਲ ਇਹਦੀ ਪੂਜਾ ਕਰਿਆ ਜੇ। ਇਹ ਡਰੌਲੀ ਪਿੰਡ ਦੇ ਵਿੱਚ ਸਾਡੀ ਬਖਸ਼ਿਸ਼ ਮਿਹਰ ਸਦਾ ਹੀ ਬਣੀ ਰਹੇਗੀ। ਅਰ ਤਿਸ ਮਾਤ ਜਹਾਂ ਸੰਸਕਾਰੀ। ਔਰ ਜਿੱਥੇ ਬਾਬੇ ਗੁਰਦਿੱਤੇ ਦੀ ਮਾਂ, ਸਾਡੀ ਧਰਮ ਪਤਨੀ, ਸਾਡੇ ਮਹਿਲ ਦਮੋਦਰੀ ਮਾਤਾ ਦਾ ਸੰਸਕਾਰ ਹੋਇਆ, ਉੱਥੇ ਤੁਸੀਂ ਉਸ ਸਥਾਨ ਦੀ ਵੀ ਸੇਵਾ ਕਰਿਆ ਜੀ। ਸਾਧ ਸੰਗਤ ਜੀ, 5 ਸੰਸਕਾਰ ਉੱਥੇ ਇਤਿਹਾਸਕ ਮਹਾਂਪੁਰਸ਼ਾਂ ਦੇ, ਮਾਤਾ ਦਮੋਦਰੀ ਜੀ ਦਾ, ਬੀਬੀ ਰਾਮੋ ਜੀ ਦਾ, ਭਾਈ ਸਾਈਂ ਦਾਸ ਜੀ ਦਾ, ਬਾਬਾ ਨਰੈਣ ਦਾਸ ਜੀ ਦਾ, ਤੇ ਉਹਨਾਂ ਦੀ ਧਰਮ ਪਤਨੀ ਮਾਤਾ ਦਇਆ ਕੌਰ ਜੀ। ਗੁਰੂ ਸਾਹਿਬ ਦੇ ਸਹੁਰਾ ਤੇ ਸੱਸ ਸਨ ਬਾਬਾ ਨਰੈਣ ਦਾਸ ਜੀ ਤੇ ਮਾਤਾ ਦਇਆ ਕੌਰ ਜੀ। ਇਹਨਾਂ 5 ਦਾ ਸੰਸਕਾਰ ਹੋਇਆ। ਅੱਜ ਕੱਲ੍ਹ ਉੱਥੇ ਸੰਗਤਾਂ ਨੇ ਬੜਾ ਸੁੰਦਰ ਗੁਰਦੁਆਰਾ ਬਣਾ ਦਿੱਤਾ। 10-15 ਸਾਲ ਪਹਿਲਾਂ ਦਾਸ ਗਿਆ ਸੀਗਾ, ਉਦੋਂ ਵੀ ਬੜਾ ਸੋਹਣਾ ਸਥਾਨ ਬਣ ਰਿਹਾ ਸੀ, ਸ਼ੀਸ਼ ਮਹਿਲ ਬਣਾਇਆ ਹੋਇਆ ਸੀ। ਤੇ ਹੋ ਸਕਦਾ ਹੁਣ ਉਸ ਤੋਂ ਬਾਅਦ ਕਹਿੰਦੇ ਹੋਰ ਵਧੀਆ, ਉਹ ਜਿਹੜਾ ਸ਼ਮਸ਼ਾਨ ਭੂਮੀ ਵਾਲਾ ਸਥਾਨ ਸੀ ਨਾ, ਉਹ ਬੜਾ ਸੁੰਦਰ ਬਣ ਗਿਆ। ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਦਾ ਅੰਗੀਠਾ ਹੈ। ਸਾਰਿਆਂ ਮਹਾਂਪੁਰਸ਼ਾਂ ਦੀ ਯਾਦਗਾਰ ਵਿੱਚ ਭਾਈ ਸਾਈਂ ਦਾਸ ਜੀ, ਬੀਬੀ ਰਾਮੋ ਜੀ ਜਿੱਥੇ ਸੰਸਕਾਰ ਹੋਏ ਨੇ, ਮਹਾਰਾਜ ਕਹਿੰਦੇ ਇਹ ਵੀ ਯਾਦਗਾਰ ਬਣੀ ਰਹੇਗੀ। ਰਚੋ ਦੇਹੁਰਾ ਤਹਿ ਸੁਖਕਾਰੀ। ਉਥੇ ਦਿਉਰਾ ਬਣਾ ਦਿਓ, ਸੰਗਤਾਂ ਜਾ ਕੇ ਮੱਥਾ ਟੇਕਿਆ ਕਰਨਗੀਆਂ, ਇਤਿਹਾਸ ਬਣਿਆ ਰਹੇਗਾ, ਯਾਦਗਾਰ ਬਣੀ ਰਹੇਗੀ। ਜਿਸ ਕੋ ਕਾਜ ਕਹੂੰ ਅਟਕਾਏ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਜੇ ਕਿਸੇ ਦਾ ਕੋਈ ਕੰਮ ਰੁਕ ਜਾਵੇ, ਤੁਹਾਡਾ ਕੋਈ ਕਾਰਜ ਅੜ ਜਾਵੇ, ਕਰੋ ਬੇਨਤੀ ਤਿਸ ਥਲ ਜਾਏ, ਤਾਂ ਦਿਉਰੇ ਸਾਹਿਬ ਜਾ ਕੇ ਅਰਦਾਸ ਕਰਿਆ ਜੇ। ਉੱਥੇ ਤੁਹਾਡੀ ਅਰਦਾਸ ਸੁਣੀ ਜਾਏਗੀ ਤੇ ਤੁਹਾਡੇ ਕਾਰਜ ਰਾਸ ਹੋਣਗੇ। ਸਾਧ ਸੰਗਤ ਜੀ, ਉਸ ਇਲਾਕੇ ਦੇ ਸਿੱਖ ਦੱਸਦੇ ਨੇ, ਦਾਸ ਨਾਲ ਕਈ ਪ੍ਰੇਮੀਆਂ ਦਾ ਉੱਧਰ, ਕਿਉਂਕਿ ਜੋਗੇਵਾਲ, ਡਗਰੂ ਤੇ ਇਸੇ ਤਰ੍ਹਾਂ ਹੀ ਮੋਗਾ ਸ਼ਹਿਰ, ਮਹਿਰੋਂ, ਹੋਰ ਕਈ ਪਿੰਡਾਂ 'ਚ ਦਾਸ ਕਥਾ ਕਰਨ ਜਾਂਦਾ ਰਿਹਾ ਬਹੁਤ ਲੰਮਾ ਸਮਾਂ, ਅੱਜ ਤੋਂ 20 ਸਾਲ ਤੋਂ ਸ਼ੁਰੂ ਹੋਏ ਆ। ਉਹ ਇਲਾਕੇ ਦੇ ਜਿਹੜੇ ਗੁਰਸਿੱਖ ਨੇ,
ਉਹ ਕਹਿੰਦੇ ਕੋਈ ਵੱਡੇ ਤੋਂ ਵੱਡਾ ਵੀ ਕਾਰ ਜੜਿਆ ਹੋਵੇ, ਅਸੀਂ ਮਾਤਾ ਦਮੋਦਰੀ ਦੀ ਸਮਾਧ 'ਤੇ ਜਾ ਕੇ ਅਰਦਾਸ ਕਰਦੇ ਹਾਂ ਕਿ ਮਾਤਾ ਜੀ ਤੇਰੇ ਬੱਚੇ ਆ, ਕਿਰਪਾ ਕਰ ਦਿਓ, ਅਤੇ ਅਰਦਾਸ ਸੁਣੀ ਜਾਂਦੀ ਹੈ, ਕਾਰਜ ਰਾਸ ਹੋ ਜਾਂਦੇ। ਸੋ ਮਾਤਾ ਦਮੋਦਰੀ ਜੀ ਦੇ ਅੰਗੀਠੇ ਸਾਹਿਬ ਦੀ ਸੇਵਾ ਕਰਿਆ ਜੇ ਅਤੇ ਬਾਬਾ ਗੁਰਦਿੱਤਾ ਜੀ ਦੇ ਜਨਮ ਸਥਾਨ ਦੀ ਸੇਵਾ ਕਰਿਆ ਜੇ। ਮਨੋ ਕਾਮਨਾ ਪੁਰਹਿ ਤੁਮਾਰੀ, ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ। ਗੁਰੂ ਨਾਨਕ ਸਾਹਿਬ ਸਭ ਦੇ ਕਾਰਜ ਰਾਸ ਕਰਨਗੇ। ਸੰਕਟ ਪਰਹਿ ਸੋ ਲੇਹ ਉਬਾਰੀ, ਜੇ ਕੋਈ ਕਸ਼ਟ, ਕੋਈ ਸੰਕਟ, ਕੋਈ ਦੁੱਖ ਮੁਸੀਬਤ ਘਰ 'ਚ ਆਵੇ, ਗੁਰੂ ਕੇ ਅਸਥਾਨਾਂ 'ਤੇ ਜਾ ਕੇ ਅਰਦਾਸ ਕਰੋਗੇ, ਗੁਰੂ ਮਹਾਰਾਜ ਦੀ ਕਿਰਪਾ ਹੋਵੇਗੀ, ਤੁਹਾਡੇ ਕਾਰਜ ਰਾਸ ਹੋ ਜਾਣਗੇ, ਸੰਕਟ ਟਲ ਜਾਣਗੇ। ਸਿੱਖ ਸੰਤ ਕੀ ਕੀਜਹਿ ਸੇਵਾ, ਤੇ ਮਹਾਰਾਜ ਕਹਿੰਦੇ ਡਰੌਲੀ ਪਿੰਡ 'ਚ ਆਏ ਗਏ ਸਾਧੂਆਂ ਸੰਤਾਂ ਗੁਰਸਿੱਖਾਂ ਦੀ ਸੇਵਾ ਵੀ ਕਰਦੇ ਰਿਹਾ ਜੇ। ਕੋਈ ਬਿਹੰਗਮ ਸਾਧੂ ਆਵੇ, ਉਹਨੂੰ ਲੰਗਰ ਪ੍ਰਸ਼ਾਦਾ ਛਕਾਉਣਾ ਹੈ। ਕੋਈ ਰਾਹਗੀਰ ਆਵੇ, ਕੋਈ ਯਾਤਰਾ ਕਰਨ ਆਵੇ ਪਿੰਡ ਵਿੱਚ। ਹੁਣ ਤਾਂ ਗੁਰੂ ਦੀ ਕਿਰਪਾ ਨਾਲ ਸਾਧ ਸੰਗਤ ਜੀ ਰਸਤਾਂ ਬਸਤਾਂ ਬੜੀਆਂ ਗੁਰਦੁਆਰਿਆਂ ਵਿੱਚ, ਗੁਰਦੁਆਰੇ ਪੱਕੇ ਬਣ ਗਏ ਅਤੇ ਮਾਇਆ ਦੀ ਕਮੀ ਕੋਈ ਨਹੀਂ। ਅੱਜ ਤੋਂ 30-40 ਸਾਲ ਪਹਿਲਾਂ ਬਿਹੰਗਮੀ ਪਹਿਰੇ ਹੁੰਦੇ ਸੀ, ਗੁਰਦੁਆਰੇ ਵੀ ਕੱਚੇ ਹੁੰਦੇ ਸੀ ਅਤੇ ਮਾਇਆ ਵੀ ਥੋੜ੍ਹੀ ਮਸਤਾਨੀ ਹੁੰਦੀ ਸੀ। ਪਿੰਡਾਂ 'ਚ ਜਿਹੜੇ ਇਤਿਹਾਸਿਕ ਗੁਰਦੁਆਰੇ ਹੁੰਦੇ ਸੀ ਨਾ, ਉੱਥੇ ਕਦੀ ਜਾਣਾ ਬਿਹੰਗਮਾਂ ਨੇ, ਅਤੇ ਪਿੰਡ ਵਾਲਿਆਂ ਨੇ ਥੋੜ੍ਹਾ ਥੋੜ੍ਹਾ ਆਟਾ ਇਕੱਠਾ ਕਰਕੇ ਦਾਲ ਸਬਜ਼ੀ ਬਣਾ ਕੇ ਲੰਗਰ ਛਕਾਉਣਾ, ਕਿਉਂਕਿ ਰੋਜ਼ ਸੰਗਤ ਆਉਂਦੀ ਵੀ ਨਹੀਂ ਸੀ, ਕਦੀ ਕਦੀ ਕੋਈ ਗੁਰਸਿੱਖ ਆਉਂਦਾ ਸੀ। ਅਤੇ ਮਹਾਰਾਜ ਪਹਿਲਾਂ ਹੀ ਦੱਸ ਰਹੇ ਮਰਿਆਦਾ, ਕਹਿੰਦੇ ਵੀ ਇਕੱਲਾ ਦੁਕੱਲਾ ਸਿੱਖ ਪਿੰਡ 'ਚ ਆਵੇ ਮੱਥਾ ਟੇਕਣ, ਇਹ ਖਿਆਲ ਰੱਖਿਆ ਜੇ ਭੁੱਖਾ ਨਾ ਜਾਵੇ, ਪ੍ਰਸ਼ਾਦਾ ਛਕਾ ਕੇ ਤੋਰਿਆ ਜੇ। ਹਾਂਜੀ, ਸਿੱਖੀ ਧਰ ਪੂਜੋ ਗੁਰਦੇਵਾ, ਸਿੱਖੀ ਧਾਰਨ ਕਰਿਆ ਜੇ ਗੁਰੂ ਦੀ ਸੇਵਾ, ਗੁਰੂ ਕੇ ਸਿੱਖ ਦੀ ਸੇਵਾ, ਗੁਰੂ ਦੀ ਸੇਵਾ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਜਿਹੜੇ ਗੁਰੂ ਘਰ ਆਉਂਦੇ ਨਾ ਮੱਥਾ ਟੇਕਣ, ਸਾਧ ਸੰਗਤ ਜੀ ਇਹਨਾਂ ਦੇ ਵੱਲ ਨਾ ਆਪਾਂ ਨਿਗਾਹ ਜਿਹੜੀ ਆ, ਜਿੰਨੇ ਵੀ ਆਉਣ ਇੱਥੇ, ਭਾਵੇਂ ਆਪਾਂ ਵੀਕਐਂਡ 'ਤੇ ਕਿੰਨੀ ਸੰਗਤ ਹਜ਼ਾਰਾਂ ਦੀ ਹਿਸਾਬ ਨਾਲ ਆਉਂਦੀ ਹੈ, ਆਪਣੀ ਦ੍ਰਿਸ਼ਟੀ ਹੋਣੀ ਚਾਹੀਦੀ ਵੀ ਜਿੰਨੇ ਵੀ ਗੁਰੂ ਘਰ ਆਏ ਨੇ ਗੁਰੂ ਦਾ ਹੀ ਰੂਪ ਨੇ, ਇਹ ਨਜ਼ਰ ਹੋਣੀ ਚਾਹੀਦੀ। ਇਸ ਨਜ਼ਰ ਨਾਲ ਤੁਸੀਂ ਸੰਗਤ ਨੂੰ ਦੇਖੋ ਅਤੇ ਫਿਰ ਦੇਖੋ ਗੁਰੂ ਦੀਆਂ ਕਿੰਨੀਆਂ ਬਰਕਤਾਂ, ਕਿੰਨੀ ਕਿਰਪਾ ਮਿਲਦੀ। ਅਤੇ ਅਸੀਂ ਅੱਜ ਕੱਲ੍ਹ ਹੋਰ ਨਿਗਾਹ ਨਾਲ ਵੇਖਦੇ ਹਾਂ, ਫਲਾਣਾ ਕਿਉਂ ਆ ਗਿਆ ਮੱਥਾ ਟੇਕਣ, ਉਹ ਕਿਉਂ ਆ ਗਿਆ, ਇੱਦਾਂ ਨਹੀਂ। ਗੁਰੂ ਘਰ 'ਚ ਗੁਰੂ ਦੇ ਪਿਆਰੇ ਹੀ ਆਉਂਦੇ ਸਾਰੇ। ਮੱਥਾ ਟੇਕਣ ਆਇਆ ਨਾ, ਕੋਈ ਗੁਰੂ ਨਾਲ ਥੋੜ੍ਹਾ ਬੜਾ ਦਾ ਪਿਆਰ ਹੋਵੇਗਾ ਤਾਂ ਹੀ ਆਇਆ, ਉਹ ਉੱਦਾਂ ਤਾਂ ਆਉਂਦਾ ਹੀ ਨਹੀਂ ਕੋਈ। ਆਹ ਗੋਰੇ ਕਾਲੇ ਲੱਖਾਂ ਰਹਿੰਦੇ ਨੇ ਸਿਆਟਲ 'ਚ, ਸਾਰੇ ਥੋੜ੍ਹਾ ਆਉਂਦੇ ਨੇ। ਜਿਹੜੇ ਆਉਂਦੇ ਨੇ ਕੋਈ ਨਾ ਕੋਈ, ਆਪਾਂ ਇਹ ਸਮਝੀਏ ਵੀ ਇਹ ਗੁਰੂ ਦੇ ਪਿਆਰੇ। ਆਪਣੀ ਸੋਚ ਇੱਦਾਂ ਦੀ ਬਣਾ ਲਓ, ਦੂਜੇ ਦੀ ਆਪੇ ਚੰਗੀ ਹੋ ਜਾਂਦੀ। ਆਪਣੀ ਸੋਚ ਮਾੜੀ, ਅਗਲੇ ਦੀ ਵੀ ਮਾੜੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਵੀ ਪਿੰਡ ਤੁਹਾਡੇ ਡਰੌਲੀ 'ਚ ਆਵੇ, ਉਹਨੂੰ ਸਾਡਾ ਹੀ ਰੂਪ ਸਮਝਿਆ ਜੇ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਆਇਆ, ਗੁਰੂ ਹਰਗੋਬਿੰਦ ਸਾਹਿਬ ਹੀ ਆ ਗਏ ਅਤੇ ਪ੍ਰਸ਼ਾਦਾ ਛਕਾਇਆ ਜੇ। ਹਾਂਜੀ, ਸਤਨਾਮ ਕੋ ਸਿਮਰਨ ਕਰਨੋ, ਅਤੇ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਿਆ ਜੇ। ਸ੍ਰੀ ਸਤਿਗੁਰ ਬਾਣੀ ਨਿਤ ਰਰਨੋ, ਅਤੇ ਗੁਰੂ ਦੀ ਬਾਣੀ ਰੋਜ਼ ਪੜ੍ਹਿਆ ਜੇ। ਗੁਰਬਾਣੀ ਦਾ ਪਾਠ, ਨਾਮ ਦਾ ਸਿਮਰਨ, ਹੱਥਾਂ ਨਾਲ ਸੇਵਾ ਸਿੱਖੀ ਦੇ ਸਭ ਤੋਂ ਵੱਡੇ ਥੰਮ ਨੇ। ਹੋਰ ਵੀ ਚੀਜ਼ਾਂ ਨੇ, ਰਹਿਤਾਂ ਨੇ, ਬਹਿਣੀ ਹੈ, ਰਹਿਣੀ ਬਹਿਣੀ, ਬਹੁਤ ਕੁਛ ਹੈ। ਮਹਾਰਾਜ ਦਾ ਖਜ਼ਾਨਾ ਬਹੁਤ ਵੱਡਾ ਗੁਣਾਂ ਨਾਲ ਭਰਿਆ ਪਿਆ, ਪਰ ਜਿਹੜਾ ਸਭ ਤੋਂ ਵੱਡਾ ਬੇਸ ਕਹਿ ਲਓ, ਉਹ ਹੈ ਗੁਰਬਾਣੀ ਦਾ ਪਾਠ, ਨਿਤਨੇਮ, ਕਥਾ ਕੀਰਤਨ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਤੁਰਦਿਆਂ ਫਿਰਦਿਆਂ, ਅਤੇ ਹੱਥਾਂ ਨਾਲ ਸੇਵਾ ਲੰਗਰ ਦੀ, ਪ੍ਰਸ਼ਾਦਾ ਛਕਾਉਣਾ। ਇਹ ਸਿੱਖੀ ਦਾ ਬੇਸ ਹੈ, ਸਭ ਤੋਂ ਵੱਡੀ ਹੈ ਗੱਲ। ਹਾਂਜੀ, ਇਮ ਉਪਦੇਸ਼ ਲਿਹੋ ਰਿਤ ਧਾਰੇ, ਇਹ ਉਪਦੇਸ਼ ਸਾਡਾ ਭਾਈ ਤੁਸੀਂ ਆਪਣੇ ਮਨ 'ਚ ਵਸਾ ਲਓ, ਤੁਹਾਡਾ ਲੋਕ ਪਰਲੋਕ ਸਬਰ ਜਾਏਗਾ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਬਣ ਜਾਓਗੇ। ਹਲਤ ਪਲਤ ਮਹਿ ਰਹੋ ਸੁਖਾਰੇ, ਲੋਕ ਪਰਲੋਕ 'ਚ ਸੌਖੇ ਰਹੋਗੇ ਤੁਸੀਂ। ਇਮ ਕਹਿ ਸਤਿਗੁਰ ਹੈ ਮੰਗਵਾਇਓ, ਇਸ ਤਰ੍ਹਾਂ ਪਿੰਡ ਵਾਲਿਆਂ ਨੂੰ ਹੌਸਲਾ ਦਿੱਤਾ ਛੇਵੇਂ ਪਾਤਸ਼ਾਹ ਨੇ, ਅਤੇ ਆਪਣੇ ਸਵਾਰੀ ਦਾ ਘੋੜਾ ਮੰਗਵਾ ਲਿਆ। ਕੰਚਨ ਜ਼ੀਨ ਸਹਿਤ ਚਲ ਆਇਓ, ਬੜਾ ਬਲੀ ਘੋੜਾ ਸੀ ਮਹਾਰਾਜ ਦਾ। ਛੇਵੇਂ ਪਾਤਸ਼ਾਹ ਦਾ 2 ਘੋੜੇ ਹੁੰਦੇ ਸਨ ਕੋਤਲ ਨਾਲ। ਜੇ ਘੋੜਾ ਥੱਕ ਜਾਵੇ, ਦੂਜੇ ਘੋੜੇ 'ਤੇ ਬਹੁਤ ਬਲੀ ਸਨ। 7.5 ਮਣ ਭਾਰ ਸੀ ਮਹਾਰਾਜ ਦਾ, 7.5 ਫੁੱਟ ਉੱਚਾ ਕੱਦ ਕਾਠ ਸੀਗਾ। ਮਾੜਾ ਧੋੜਾ ਘੋੜਾ ਨਹੀਂ ਸੀ ਕਾਠ ਕੱਢਦਾ। ਇਸ ਕਰਕੇ ਬਲੀ ਘੋੜੇ ਮਹਾਰਾਜ ਦੇ ਕੋਤਲ ਕਹਿੰਦੇ, ਜਿਹੜੇ ਨਾਲ ਸਵਾਰੀ ਦੇ ਤਿਆਰ ਰਹਿਣ ਸੈਪਰੇਟ,
ਉਹ ਵੀ ਆ ਗਏ ਤੇ ਮਹਾਰਾਜ ਘੋੜੇ ਦੀ ਕਾਠੀ ਸੋਨੇ ਦੀ ਬੜੀ ਸ਼ਾਹੀ ਉਹਦੇ ਤੇ ਸਵਾਰ ਹੋਏ ਨੇ। ਬਾਰ ਬਾਰ ਫੁਰਕਤ ਬਲ ਐਨ, ਕਹਿੰਦੇ ਘੋੜਾ ਦੇ ਕਾਬੂ ਨਹੀਂ ਸੀ ਆਉਂਦਾ, ਬੜਾ ਬਲੀ ਘੋੜਾ, ਫੁੰਕਾਰੇ ਮਾਰਦਾ ਸੀ, ਧਰਤੀ ਤੇ ਪੈਰ ਨਹੀਂ ਸੀ ਲੱਗਣ ਦਿੰਦਾ। ਇਹੋ ਜਿਹਾ ਬਲੀ ਘੋੜਾ ਸੀ ਸਤਿਗੁਰਾਂ ਦਾ। ਚੰਚਲ ਮਨਹੁ ਨਾਗਰੀ ਨੈਣ, ਕਹਿੰਦੇ ਇੰਨਾ ਚੰਚਲ ਸੀ ਮਾਨੋ ਕਿਸੇ ਚੰਚਲ ਇਸਤਰੀ ਦੇ ਨੇਤਰ ਹੋਣ। ਹਾਂਜੀ, ਦਾਸ ਗਹੇ ਕਰ ਨੀਠ ਸੁ ਰੋਕੇ, ਕਹਿੰਦੇ ਸੇਵਾਦਾਰ ਮਸੀ ਮਸੀ ਵਾਗਾਂ ਖਿੱਚ ਖਿੱਚ ਕੇ ਰੋਕਦੇ ਸੀ ਉਹਨੂੰ, ਬੜੇ ਕਾਬੂ ਔਖਾ ਹੁੰਦਾ ਸੀ ਘੋੜਾ ਉਹ। ਬਹੁ ਸੁੰਦਰ ਮਨ ਹਰਤ ਬਿਲੋਕੈ, ਬੜਾ ਸੋਹਣਾ ਸੁੰਦਰ ਘੋੜਾ ਮਨ ਨੂੰ ਮੋਹ ਲੈਂਦਾ ਸੀ। ਜਿਹੜਾ ਵੀ ਮਹਾਰਾਜ ਦੇ ਘੋੜੇ ਦੇ ਦਰਸ਼ਨ ਕਰਦਾ ਸੀ ਉਹ ਸਤਿਗੁਰਾਂ ਦੇ ਘੋੜੇ ਵੱਲ ਹੀ ਵੇਖਦਾ ਰਹਿੰਦਾ ਸੀ। ਹਾਂਜੀ, ਉਠ ਸਤਿਗੁਰ ਹੈ ਕੋ ਕਰ ਨਮੋ, ਤੇ ਪਾਤਸ਼ਾਹ ਆਪਣੇ ਪਲੰਗ ਤੋਂ ਉੱਠੇ ਤੇ ਘੋੜੇ ਦੇ ਪੈਰੀਂ ਹੱਥ ਲਾਇਆ। ਮਰਜ਼ਾਦਾ ਹੈ ਗੁਰੂ ਦੀ ਫੌਜ ਵਿੱਚ ਹੁਣ ਤੱਕ ਵੀ ਘੋੜੇ ਤੋਂ ਚੜ੍ਹਨ ਤੋਂ ਪਹਿਲਾਂ ਘੋੜੇ ਨੂੰ ਨਮਸਕਾਰ ਕਰਦੇ ਆ। ਕਿਉਂ? ਇਹ ਗੁਰੂ ਸਾਹਿਬ ਦੇ ਘੋੜੇ ਹੈ। ਦੂਜਾ, ਮਹਾਰਾਜ ਨੇ ਆਪਣਾ ਜਾਨ ਭਾਈ ਕਿਹਾ ਘੋੜੇ ਨੂੰ, ਜਾਨ ਭਾਈ ਆਪਣੀ ਜਾਨ ਦਾ ਭਰਾ। ਇਹ ਬਾਕੀ ਸਾਰੇ ਸਾਥ ਛੱਡ ਜਾਂਦੇ ਆ, ਭਰਾ ਵੀ ਸਾਥ ਛੱਡੇ, ਘੋੜਾ ਨਹੀਂ ਸਾਥ ਛੱਡਦਾ। ਇੰਨਾ ਇਹਦਾ ਪ੍ਰੇਮ ਹੁੰਦਾ ਆਪਣੇ ਸਵਾਰ ਨਾਲ, ਇੰਨਾ ਇਹ ਵਫਾਦਾਰ ਹੁੰਦਾ। ਘੋੜੇ ਨੂੰ ਨਮਸਕਾਰ ਕੀਤੀ ਹੈ। ਸ੍ਰੀ ਨਾਨਕ ਸਿਮਰੇ ਤਿਹ ਸਮੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਜ ਪਾਤਸ਼ਾਹੀਆਂ ਦਾ ਨਾਂ ਲੈ ਕੇ ਭਏ ਅਰੂੜ ਪਿਖੈ ਸਮੁਦਾਏ, ਛੇਵੇਂ ਪਾਤਸ਼ਾਹ ਘੋੜੇ ਦੇ ਸਵਾਰ ਹੋਏ ਨੇ, ਸੰਗਤਾਂ ਦੇਖਦੀਆਂ ਨੇ। ਬੰਧਨ ਕਰਤ ਭਏ ਅਗਵਾਈ, ਪਿੰਡ ਵਾਲੇ ਸਾਰੇ ਘੋੜੇ ਦੇ ਅੱਗੇ ਆ ਕੇ ਖੜ ਗਏ। ਘੋੜੇ ਦੇ ਉੱਤੇ ਬੈਠੇ ਪਾਤਸ਼ਾਹ ਨੂੰ ਹੱਥ ਜੋੜ ਕੇ ਸਾਰਿਆਂ ਨੇ ਮੱਥਾ ਟੇਕਿਆ, ਨਮਸਕਾਰ ਕੀਤੀ। ਪੁਰਜਨ ਹਟੇ ਸੋ ਪ੍ਰੇਰਿਓ ਘੋਰਾ, ਫਿਰ ਪਿੰਡ ਵਾਲਿਆਂ ਨੂੰ ਧੀਰਜ ਦੇ ਕੇ, ਭਾਈ ਗੁਰੂ ਕੇ ਪਿਆਰਿਓ, ਚੰਗਾ ਹੁਣ ਫਿਰ ਪਰਮੇਸ਼ਰ ਕਦੀ ਦਰਸ਼ਨ ਕਰਾਵੇ ਤੇ ਗੁਰੂ ਘਰ ਆਇਆ ਜੇ, ਮਿਲਿਆ ਜੇ, ਨਾਮ ਜਪਿਆ ਜੇ, ਬਾਣੀ ਪੜ੍ਹਿਆ ਜੇ, ਲੰਗਰ ਚਲਾਇਆ ਜੇ, ਗੁਰੂ ਅਸਥਾਨਾਂ ਦੀ ਸੇਵਾ ਕਰਿਆ ਜੇ। ਇਹੋ ਜਿਹਾ ਉਪਦੇਸ਼ ਦੇ ਕੇ ਪਾਤਸ਼ਾਹ ਚੱਲ ਪਏ ਨੇ। ਦੁੰਦਬ ਵਜੇ ਮਨੋ ਘਨ ਘੋਰਾ, ਨਗਾਰੇ ਤੇ ਚੋਭਾਂ ਵੱਜੀਆਂ ਜਿਵੇਂ ਬੱਦਲ ਗਰਜਦੇ ਹੁੰਦੇ ਆ। 3 ਸਹਸਰ ਬਾਹਿਨੀ ਚੱਲੀ, 3000 ਫੌਜ ਸੀ ਮਹਾਰਾਜ ਨਾਲ, 3000 ਘੋੜ ਸਵਾਰ ਸੀਗੇ। ਗੁਰੂ ਸਾਹਿਬ ਡਰੌਲੀ ਪਿੰਡ ਤੋਂ ਚੱਲ ਪਏ ਨੇ। ਖੜਗ ਤੁਫੰਗ ਧਰੇ ਕਲਮਲੀ, ਗਾਤਰੇ, ਢਾਲਾਂ, ਤਲਵਾਰਾਂ, ਬੰਦੂਕਾਂ, ਬਰਛੇ, ਸਿੱਖ ਸਿਰਾਂ ਦੇ ਉੱਤੇ ਦੁਮਾਲਿਆਂ ਦੇ ਚੱਕਰ ਪਾਏ ਹੋਏ ਦੂਰ ਦੂਰ ਤਾਈਂ ਗੁਰੂ ਦੀ ਫੌਜ ਨਿਸ਼ਕਾਰੇ ਮਾਰਦੀ ਹੈ, ਜਕਾਰੇ ਗਜਾਂਦੀ ਹੈ। ਚਲਤ ਸੁਭਟਕੋ ਤਰੰਗ ਨਚਾਵੈ, ਕੋਈ ਸੂਰਮਾ ਆਪਣੇ ਘੋੜੇ ਨਚਾਉਂਦਾ ਹੈ, ਕੋ ਤਵਾਏ ਕਰ ਤੁਪਕ ਚਲਾਵੈ, ਕੋਈ ਘੋੜੇ ਦੌੜਾਉਂਦਾ ਤੇ ਕਈ ਘੋੜਿਆਂ ਦੇ ਚੜੇ ਚੜੇ ਜਾਂਦੇ ਆਕਾਸ਼ ਵੱਲ ਹਵਾਈ ਫਾਇਰ ਕਰਦੇ ਨੇ ਗੋਲੀਆਂ ਦੇ। ਬਲੀ ਏਕ ਤੋਂ ਏਕ ਵਿਸਾਲਾ, ਇੱਕ ਤੋਂ ਇੱਕ ਬਲੀ ਸਿੱਖ ਸੂਰਮੇ ਹਨ। ਫੇਰਤ ਹੈ ਕੋ ਚਲ ਭਟ ਜਾਲਾ, ਔਰ ਆਪਣੇ ਆਪਣੇ ਘੋੜਿਆਂ ਤੇ ਸਵਾਰ ਸੂਰਮੇ ਤੁਰੇ ਜਾਂਦੇ, ਮਹਾਰਾਜ ਦੇ ਅੱਗੇ ਪਿੱਛੇ ਫੌਜਾਂ ਜਾ ਰਹੀਆਂ ਨੇ। ਇਸ ਤਰ੍ਹਾਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਇੱਥੋਂ ਚੱਲ ਕੇ ਭਾਈ ਰੂਪੇ ਦੇ ਪਿੰਡ ਰੂਪੇ ਪਹੁੰਚ ਗਏ ਨੇ। ਇੱਥੇ ਜਾ ਕੇ ਭਾਈ ਰੂਪ ਚੰਦ, ਉਹਨਾਂ ਦੇ ਪਿਤਾ ਭਾਈ ਸਾਧੂ ਜੀ ਅਤੇ ਉਸ ਇਲਾਕੇ ਦੀਆਂ ਸੰਗਤਾਂ ਨੂੰ ਤਾਰਿਆ ਹੈ। ਲਗਭਗ 30 ਕੋ 60-70 ਕਿਲੋਮੀਟਰ ਬਣ ਜਾਂਦਾ। ਦਾਸ ਨੇ ਉਹ ਇਲਾਕੇ 'ਚ ਕਈ ਵਾਰੀ ਦਰਸ਼ਨ ਕੀਤੇ ਹੈ। ਉਹ ਭਗਤੇ ਭਾਈ ਦੇ ਲਾਗੇ ਬਾਜੇ ਖਾਨੇ ਤੋਂ ਜਿਹੜਾ ਬਰਨਾਲੇ ਨੂੰ ਰੋਡ ਜਾਂਦਾ, ਉਹਦੇ ਉੱਤੇ ਪਿੰਡ ਪੈਂਦਾ ਭਗਤਾ ਭਾਈ ਕਾ, ਲਾਗੇ ਪੈਂਦਾ ਮਿਰਜ਼ਾ ਦਿਆਲਪੁਰ ਕਾ, ਤੇ ਨਾਲ ਹੀ ਭਾਈ ਦਿਆਲਪੁਰਾ ਭਾਈ ਕਾ, ਇਸੇ ਤਰ੍ਹਾਂ ਰੂਪਾ ਭਾਈ। ਇਹ ਪਿੰਡ ਬਹੁਤ ਵੱਡਾ ਹੈ। ਉੱਥੇ ਮਹਾਰਾਜ ਸਾਹਿਬ ਜੀ ਚਰਨ ਪਾਉਣਗੇ। ਆਓ ਅੱਗੇ ਅਗਲੇ ਪ੍ਰਕਰਣਾਂ 'ਚ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤ